ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ
ਧਰਮ ਰਾਜੇ ਦਾ ਅਵਤਾਰ ਸੀ ਯੁਧਿਸ਼ਟਰ। ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਵੀ ਤੁਸੀਂ ਜੂਆ ਨਾ ਖੇਡੋ, ਬਿਪਤਾ ਵਿੱਚ ਪਵੋਗੇ। ਦਾਸ ਜੀ ਕਹਿਣ ਲੱਗੇ, ਰਾਜਾ ਜਨਮੇਜਾ, ਜਿਹੜੀ ਹੋਣੀ ਆ ਉਹ ਵਰਤ ਕੇ ਰਹਿੰਦੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ। ਕਹਿੰਦਾ ਇਹ ਕਿਵੇਂ ਹੋ ਸਕਦਾ, ਜੇ ਪਹਿਲਾਂ ਪਤਾ ਲੱਗ ਜੇ ਤੇ ਬੰਦਾ ਚਾਰਾ ਕਰ ਹੀ ਲੈਂਦਾ ਹੈ। ਕਹਿੰਦੇ ਚੱਲ ਤੇਰੇ ਨਾਲ ਜਿਹੜੀ ਹੋਣੀ ਵਰਤਣੀ ਆ ਅਸੀਂ ਤੈਨੂੰ ਦੱਸ ਦਿੰਦੇ ਆ, ਤੂੰ ਚਾਰਾ ਕਰ ਲੈ ਜੇ ਰੋਕ ਸਕਦਾ ਤਾਂ। ਤੂੰ ਇੱਕ ਘੋੜੀ ਖਰੀਦੇਂਗਾ, ਉਹ ਘੋੜੀ ਤੇ ਸਵਾਰ ਹੋ ਕੇ ਸ਼ਿਕਾਰ ਤੇ ਚੜ੍ਹੇਗਾ ਇਕੱਲਾ। ਉਸ ਘੋੜੀ ਤੋਂ ਇੱਕ ਵਛੇਰਾ ਜਨਮ ਲਵੇਗਾ ਔਰ ਉਸ ਤੋਂ ਉਪਰੰਤ ਤੂੰ ਰਾਜਸੂ ਯੱਗ ਕਰਕੇ ਉਸ ਵਛੇਰੇ ਨੂੰ ਛੱਡੇਗਾ। ਬਹੁਤ ਸਾਰੇ ਬ੍ਰਾਹਮਣਾਂ ਨੂੰ ਸੱਦੇਗਾ ਯੱਗ ਕਰਨ ਲਈ ਔਰ ਉਹਨਾਂ ਬ੍ਰਾਹਮਣਾਂ ਦੀ ਹੱਤਿਆ ਕਰੇਗਾ। ਸਰੀਰ ਤੇਰੇ ਤੇ ਕੋੜ ਪਵੇਗਾ। ਉਸ ਕੁਸ਼ਟ ਨੂੰ ਦੂਰ ਕਰਨ ਵਾਸਤੇ ਤੂੰ ਮੇਰੇ ਕੋਲੋਂ ਕਥਾ ਸੁਣੇਗਾ। ਮਹਾਭਾਰਤ ਦੀ ਕਥਾ ਸੁਣਦਿਆਂ ਇੱਕ ਜਗ੍ਹਾ ਤੇ ਆ ਕੇ ਸ਼ੰਕਾ ਕਰੇਗਾ, ਨੱਕ ਚੜਾਵੇਂਗਾ ਤੇ ਤੇਰੀ ਨੱਕ 'ਚ ਕੋੜ ਰਹਿ ਜਾਏਗਾ। ਉਹਦੇ ਨਾਲ ਤੇਰੇ ਪ੍ਰਾਣ ਤਿਆਗੇ ਜਾਣਗੇ। ਜਾਂ ਤੇਰੀ ਹੋਣੀ ਤੈਨੂੰ ਦੱਸ ਦਿੱਤੀ ਹੈ, ਜੇ ਹੁਣ ਤੂੰ ਰੋਕ ਸਕਦਾ ਤਾਂ ਰੋਕ ਲਈ। ਇਹਨੇ ਐਲਾਨ ਕੀਤਾ, ਵਜ਼ੀਰਾਂ ਨੂੰ ਕਿਹਾ ਵੀ ਅੱਜ ਤੋਂ ਬਾਅਦ ਕੋਈ ਘੋੜਾ ਨਹੀਂ ਖਰੀਦਣਾ। ਇਹਦੀ ਸੈਨਾ ਵਿੱਚ ਘੋੜੇ ਮਰਨ ਲੱਗੇ, ਨਵੇਂ ਖਰੀਦੇ ਨਹੀਂ ਜਾ ਰਹੇ। ਫੌਜ ਤੰਗ ਆ ਗਈ। ਵਜ਼ੀਰਾਂ ਨੇ ਆਖਿਆ, ਰਾਜਾ ਜੇ ਘੋੜੇ ਨਾ ਖਰੀਦੇਗਾ ਤੇ ਫੌਜ ਘੋੜਿਆਂ ਬਿਨਾਂ ਕਿਹੜੇ ਕੰਮ ਦੀ। ਦੂਰੋਂ ਦੂਰੋਂ ਸੌਦਾਗਰ ਆਉਂਦੇ ਨੇ ਘੋੜੇ ਲੈ ਕੇ, ਅੱਗੋਂ ਇਨਕਾਰ ਕਰ ਦਿੰਦੇ ਆ ਤੇ ਉਹ ਨਿਰਾਸ਼ ਹੋ ਕੇ ਮੁੜ ਜਾਂਦੇ ਆ। ਕਹਿੰਦੇ ਨਾਲੇ ਤੇਰੀ ਨਿੰਦਾ ਕਰਦੇ ਨੇ ਜਾਂਦੇ ਆ। ਜੇ ਇਸੇ ਤਰ੍ਹਾਂ ਸੌਦਾਗਰ ਮੁੜਦੇ ਰਹੇ, ਮੁੜ ਕੇ ਕਦੇ ਕਿਸੇ ਨੇ ਘੋੜੇ ਲੈ ਕੇ ਆਉਣੇ ਹੀ ਨਹੀਂ ਇੱਥੇ, ਤੇ ਖਰੀਦੇਗਾ ਕਿੱਥੋਂ। ਤੈਨੂੰ ਵੇਦ ਵਿਆਸ ਨੇ ਘੋੜੀ ਖਰੀਦਣ ਤੋਂ ਮਨਾ ਕੀਤਾ, ਘੋੜੇ ਤਾਂ ਨਹੀਂ ਖਰੀਦਣ ਤੋਂ ਮਨਾ ਕੀਤਾ, ਤੂੰ ਘੋੜੇ ਖਰੀਦ ਲੈ। ਇਹਨੇ ਉਸ ਵਕਤ ਘੋੜੇ ਖਰੀਦ ਲਏ। ਘੋੜੇ ਖਰੀਦਦਾ ਖਰੀਦਦਾ ਇੱਕ ਦਿਨ ਸੌਦਾਗਰ ਬੜੀ ਸੁੰਦਰ ਚੰਚਲ ਘੋੜੀ ਲੈ ਕੇ ਆਇਆ। ਉਸ ਘੋੜੀ ਨੂੰ ਵੇਖ ਕੇ ਬੜਾ ਮਨ ਲੁਭਾਏਮਾਨ ਹੋਇਆ ਇਹਦਾ। ਉਹਦੇ ਬੜੇ ਗੁਣ ਵਰਣਨ ਕੀਤੇ ਗਏ। ਕਹਿੰਦਾ ਚਲੋ ਖਰੀਦ ਕੇ ਰੱਖ ਲੈਨੇ ਆ, ਇਹਦੇ ਤੇ ਸਵਾਰੀ ਨਾ ਕਰਾਂਗੇ, ਵਛੇਰਿਆਂ ਵਾਸਤੇ ਰੱਖ ਲੈਨੇ ਆ। ਇਸ ਤਰ੍ਹਾਂ ਉਹ ਘੋੜੀ ਖਰੀਦਣ ਵਾਸਤੇ ਉਤਸੁਕ ਹੋਇਆ ਹੈ। ਹੋਣੀ ਜਿਹੜੀ ਵਰਤਣੀ ਸੀ ਉਹ ਵਰਤ ਕੇ ਰਹਿਣੀ ਆ, ਉਹਨੂੰ ਕਿਹਨੇ ਰੋਕਣਾ ਸੀ। ਉਹ ਕਥਾ ਆਪਾਂ ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰੀਏ, ਜਿਨ੍ਹਾਂ ਨੇ ਆਪਣੀ ਪਾਵਨ ਬਾਣੀ ਦੁਆਰਾ ਇਹ ਬਚਨ ਰਾਜੇ ਜਨਮੇਜੇ ਦੇ ਸੰਬੰਧ 'ਚ ਲਿਖਿਆ, ਰੋਵੈ ਜਨਮੇਜਾ ਖੋਏ ਗਿਆ। ਉਸ ਪੰਕਤੀ ਦੀ ਵਿਆਖਿਆ ਚੱਲ ਰਹੀ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੋ ਤੇ ਰਸਨਾ ਨੂੰ ਪਵਿੱਤਰ ਕਰੋ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਣ ਸੌਦਾਗਰ ਜਦੋਂ ਘੋੜੀ ਲੈ ਕੇ ਆਇਆ, ਉਹਦੇ ਬੜੇ ਗੁਣ ਵਰਣਨ ਕਰਕੇ ਸੁਣਾਏ। ਬੜੀ ਸੁੰਦਰ ਘੋੜੀ ਹੈ, ਚੰਚਲ ਘੋੜੀ ਹੈ, ਪੈਰ ਉਹਦੇ ਜ਼ਮੀਨ ਤੇ ਨਹੀਂ ਟਿਕਦੇ, ਹਵਾ ਨਾਲੋਂ ਵੀ ਤੇਜ਼ ਚੱਲਣ ਵਾਲੀ ਹੈ। ਉਹਦੇ ਗੁਣ ਸੁਣ ਕੇ, ਸੋਹਣੀ ਸੁੰਦਰ ਘੋੜੀ ਵੇਖ ਕੇ ਰਾਜੇ ਜਨਮੇਜੇ ਦਾ ਮਨ ਲੁਭਾਏਮਾਨ ਹੋਇਆ। ਦਰਬ ਸੌਦਾਗਰ ਕੋ ਦੇਵਾਇਆ। ਇਹਨੇ ਆਪਣੇ ਖਜ਼ਾਨਚੀ ਨੂੰ ਕਹਿ ਕੇ ਉਸ ਘੋੜੀ ਦੇ ਬਦਲੇ ਸੌਦਾਗਰ ਨੇ ਜਿੰਨੇ ਪੈਸੇ ਮੰਗੇ, ਉਸ ਸੌਦਾਗਰ ਨੂੰ ਪੈਸੇ ਦੇ ਦਿੱਤੇ। ਲੈ ਕਰ ਰਾਖੀ ਹਿਤ ਬਦਾਵਨ। ਉਹ ਘੋੜੀ ਇਹਨੇ ਬੰਨ ਕੇ ਰੱਖਣ ਵਾਸਤੇ ਲੈ ਲਈ ਵੀ ਚਲੋ ਇਹਦੇ ਤੇ ਸਵਾਰੀ ਨਾ ਕਰਾਂਗੇ, ਵਛੇਰੇ ਜਣਨ ਵਾਸਤੇ ਰੱਖ ਲੈਨੇ ਆ।
ਉਹ ਘੋੜੀ ਇਹਨੇ ਆਪਣੇ ਤਬੇਲੇ ਵਿੱਚ ਬਣਵਾ ਲਈ। ਗੁਣ ਮੰਦਰ ਸੁੰਦਰ ਜਿ ਸੁਹਾਵਨ। ਹੁਣ ਉਹ ਘੋੜੀ ਬੜੇ ਗੁਣਾਂ ਦੀ ਮੰਦਰ ਹੈ, ਬੜੇ ਹੀ ਸ਼ੁਭ ਗੁਣ ਨੇ ਉਹਦੇ ਵਿੱਚ। ਜਿੰਨੇ ਇੱਕ ਘੋੜੇ ਵਿੱਚ ਜਾਨਵਰ ਦੇ ਵਿੱਚ ਗੁਣ ਹੁੰਦੇ ਉਹ ਸਾਰੇ ਗੁਣ ਉਹਦੇ ਵਿੱਚ ਸਨ। ਅਸਵਪਾਲ ਜੋ ਸੇਵਕ ਆਹੀ। ਜਿਹੜਾ ਘੋੜਿਆਂ ਨੂੰ ਪਾਲਣ ਵਾਲਾ ਅਸਵਪਾਲ ਸੀ, ਜਿਹੜਾ ਰਾਜੇ ਦੇ ਖਾਸ ਤਬੇਲੇ ਵਿੱਚ ਘੋੜਿਆਂ ਦੀ ਸੇਵਾ ਕਰਦਾ ਸੀ। ਚੜ ਕਰ ਫੇਰੇ ਅਤ ਜਵ ਜਾਹੀ। ਉਸ ਘੋੜੀ ਤੇ ਸਵਾਰ ਹੋ ਕੇ ਉਹਨੂੰ ਫੇਰਦਾ, ਕਿਉਂਕਿ ਘੋੜੀ ਨੂੰ ਫੇਰਨਾ ਪੈਂਦਾ। ਇਹ ਜਾਨਵਰ ਐਸਾ ਹੈ, ਇਹਦੇ ਸਰੀਰ ਦੀ ਕਸਰਤ ਹੁੰਦੀ ਹੈ। ਜਦੋਂ ਇਹਨੂੰ ਟੋਰੀਏ ਫੇਰੀਏ, ਕਿੱਲੇ ਤੇ ਬੰਨ ਛੱਡੀਏ ਤਾਂ ਇਹ ਜਾਨਵਰ ਦਾ ਸਰੀਰ ਜਾਮ ਹੋ ਜਾਂਦਾ ਹੈ। ਪਰਮੇਸ਼ਰ ਨੇ ਇਹਦੀ ਬਣਤਰ ਹੀ ਇਹੋ ਜਿਹੀ ਬਣਾਈ ਹੈ। ਘੋੜੇ ਵਿੱਚ ਪਰਮੇਸ਼ਰ ਨੇ ਇਹੋ ਜਿਹੀ ਖੇਡ ਵੀ, ਇਹ ਸੌਂਦਾ ਵੀ 3 ਪੈਰਾਂ ਤੇ ਹੈ। ਤੋ ਇਸ ਪ੍ਰਕਾਰ ਨਾਲ ਖੜਾ ਖੜਾ ਹੀ ਸੌਂਦਾ ਹੈ, ਜ਼ਮੀਨ ਤੇ ਬਹੁਤ ਘੱਟ ਬੈਠਦਾ ਘੋੜਾ। ਇਹਦੇ ਸਰੀਰ ਦੀ ਬਣਤਰ ਪਰਮੇਸ਼ਰ ਨੇ ਐਸੀ ਬਣਾਈ, ਜ਼ਿਆਦਾ ਲੰਮੇ ਸਮੇਂ ਤੱਕ ਜ਼ਮੀਨ ਤੇ ਭੁੰਜਿਆ ਇਹ ਬੈਠ ਨਹੀਂ ਸਕਦਾ। ਤੋ ਉਸ ਵਕਤ ਉਹ ਜਿਹੜਾ ਤਬੇਲੇ ਵਾਲਾ ਸੀ, ਘੋੜਾ ਸਾਂਭਦਾ ਸੀ, ਉਹ ਘੋੜੀ ਤੇ ਸਵਾਰੀ ਕਰਦਾ ਹੈ, ਇਹਨੂੰ ਦੂਰ ਤੱਕ ਫੇਰ ਕੇ ਲੈ ਕੇ ਆਉਂਦਾ ਹੈ। ਕਹੇ ਆਨ ਸੋ ਭੂਪਤ ਪਾਸੂ। ਜਦੋਂ ਘੋੜੀ ਨੂੰ ਫੇਰਦਾ ਤੇ ਕਮਾਲ ਦੀਆਂ ਚਾਲਾਂ ਚੱਲਦੀ ਹੈ ਘੋੜੀ। ਉੱਤੇ ਪਾਣੀ ਦਾ ਛੰਨਾ ਧਰਿਆ ਵੀ ਨਾ ਵਿੱਚੋਂ ਛਲ ਕੇ ਇਹੋ ਜੀ ਸੋਹਣੀ ਚਾਲ ਚੱਲਦੀ ਹੈ। ਰੇਬੀਆ ਚੱਲਦੀ ਹੈ, ਵੱਡੀ ਰਵਾਲ, ਛੋਟੀ ਰਵਾਲ, ਏਦਾਂ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਘੋੜਿਆਂ ਦੀਆਂ, ਬੜੀਆਂ ਸੋਹਣੀਆਂ ਚਾਲਾਂ ਉਹ ਚੱਲਦੀ ਹੈ। ਥੋੜਾ ਪੈਰ ਏਦਾਂ ਜਾਪਦਾ ਵੀ ਹੌਲੇ ਚੱਲ ਰਹੇ ਨੇ, ਪਰ ਪੈਂਡਾ ਬੜਾ ਲੰਮਾ ਤੈਅ ਕਰਦੀ ਹੈ। ਉਹਦੇ ਗੁਣ ਬੜੇ ਨੇ, ਫਿਰ ਆਗਿਆਕਾਰੀ ਹੈ, ਸੀਲ ਸੁਭਾਅ ਹੈ। ਉਹ ਆ ਕੇ ਫਿਰ ਰਾਜੇ ਨੂੰ ਦੱਸਦਾ, ਜਿਹੜਾ ਘੋੜਿਆਂ ਦਾ ਮਾਲਕ ਹੈ, ਘੋੜਿਆਂ ਦੀ ਸੇਵਾ ਕਰਨ ਵਾਲਾ ਨੌਕਰ ਹੈ। ਕਹਿੰਦਾ ਬਾਦਸ਼ਾਹ, ਉਹ ਘੋੜੀ ਬੜੀ ਸੁੰਦਰ ਹੈ, ਤੇਰੇ ਤਬੇਲੇ 'ਚ ਜਿਤਨੇ ਘੋੜੇ ਨੇ ਸਭ ਉਹਦੇ ਸਾਹਮਣੇ ਫੇਲ ਨੇ। ਇਤਨੀ ਸੁੰਦਰ ਉਹਦੀ ਚਾਲ ਚੱਲਦੀ, ਉਹਦੇ ਆ ਕੇ ਗੁਣ ਦੱਸਦਾ। ਪੂਰਾ ਨ ਪਿਕਿਓ ਬੇਗ ਅਸ ਜਾਸੂ। ਕਹਿੰਦਾ ਇਹੋ ਜਿਹੇ ਜਾਨਵਰ ਨੂੰ ਮੈਂ ਕਦੇ ਪਹਿਲਾਂ ਨਹੀਂ ਵੇਖਿਆ, ਮੇਰੀ ਸਾਰੀ ਜ਼ਿੰਦਗੀ ਘੋੜਿਆਂ 'ਚ ਲੰਘ ਗਈ ਹੈ ਰਾਜਾ। ਜਿਹਦੇ 'ਚ ਇੰਨਾ ਵੇਗ ਹੈ, ਇੰਨਾ ਬਲ ਤੇ ਤੇਜ਼ੀ ਨਾਲ ਦੌੜਨ ਦਾ ਵੇਗ ਹੈ। ਕਹਿੰਦਾ ਏਦਾਂ ਦਾ ਜਾਨਵਰ ਪਸ਼ੂ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਚੜਨ ਉਚਿਤ ਸੋਰਾਵਰ ਕੀਰੀ। ਇਹ ਰਾਜਾ, ਇਹ ਘੋੜੀ ਤਾਂ ਤੇਰੇ ਚੜਨ ਦੇ ਵਾਸਤੇ ਉਚਿਤ ਹੈ। ਇਹ ਤਾਂ ਤੈਨੂੰ ਇਹਦੀ ਸਵਾਰੀ ਕਰਨੀ ਚਾਹੀਦੀ ਹੈ, ਇਹ ਬੰਨਣ ਦੇ ਲਾਇਕ ਨਹੀਂ, ਇਹ ਤੇਰੀ ਸਵਾਰੀ ਕਰਨ ਦੇ ਲਾਇਕ ਹੈ। ਚੰਚਲਤਾ ਜਿਸ ਵਿੱਚ ਬਡੇਰੀ। ਇਹ ਘੋੜੀ ਚੰਚਲ ਵੀ ਹੈ, ਪੈਰ ਉਹਦੇ ਜ਼ਮੀਨ ਤੇ ਨਹੀਂ ਟਿਕਦੇ, ਇਤਨੀ ਚੰਚਲ ਹੈ। ਸੁਨ ਗੁਣ ਭੂਪ ਚੜਿਓ ਇੱਕ ਬੇਰਾ। ਹੁਣ ਉਸ ਵਕਤ ਉਸ ਨੌਕਰ ਦੀਆਂ ਗੱਲਾਂ ਸੁਣ ਕੇ ਰਾਜਾ ਜਨਮੇਜਾ ਜਿਵੇਂ ਮੱਤ ਤੇ ਪੜਦਾ ਪੈਣਾ ਹੁੰਦਾ, ਕਹਿੰਦਾ ਲਿਆ ਫਿਰ ਇੱਕ ਵਾਰੀ ਉਹਦੇ ਤੇ ਸਵਾਰੀ ਕਰਕੇ ਵੇਖ ਹੀ ਲੈਨੇ ਆ। ਉਸ ਘੋੜੀ ਤੇ ਸਵਾਰ ਹੋਇਆ ਤੇ ਉਹਦੀ ਸਵਾਰੀ ਕਰਨ ਲੱਗਾ। ਦੱਖਣ ਦਿਸ਼ ਕੋ ਗਿਓ ਅਖੀਰਾ। ਸ਼ਿਕਾਰ ਖੇਡਣ ਟੁਰ ਪਿਆ। ਦੇਵਨੇਤ ਵੇਖੋ ਹੋਣੀ ਕਿਵੇਂ ਪ੍ਰੇਰਦੀ ਹੈ। ਉਹ ਹੋਣੀ ਪ੍ਰੇਰ ਕੇ ਇਹਨੂੰ ਦੱਖਣ ਦਿਸ਼ਾ ਵੱਲ ਹੀ ਲੈ ਗਈ, ਜਿੱਧਰ ਰੋਕਿਆ ਸੀ ਨਾ ਵੇਦ ਵਿਆਸ ਨੇ ਵੀ ਦੱਖਣ ਦਿਸ਼ਾ ਨੂੰ ਨਾ ਜਾਈ। ਪਹਿਲੀ ਗੱਲ, ਘੋੜੀ ਖਰੀਦੀ ਨਾ, ਜੇ ਖਰੀਦੀ ਤੇ ਉਹਦੇ ਤੇ ਚੜੀ ਨਾ, ਜੇ ਚੜੇ ਤੇ ਉਹਨੂੰ ਦੱਖਣ ਦਿਸ਼ਾ ਵੱਲ ਨਾ ਲੈ ਕੇ ਜਾਈ, ਸਾਰੇ ਕੰਮ ਹੋਈ ਜਾਂਦੇ ਨੇ ਇਹਦੇ ਕੋਲੋਂ ਬਦੋ ਬਦੀ। ਇਹ ਦੱਖਣ ਦਿਸ਼ਾ ਨੂੰ ਸ਼ਿਕਾਰ ਖੇਡਦਾ ਖੇਡਦਾ ਦੂਰ ਤੱਕ ਨਿਕਲ ਗਿਆ। ਨਾਲ ਦੇ ਸਿਪਾਹੀ ਪਿੱਛੇ ਰਹਿ ਗਏ ਤੇ ਇਕੱਲਾ ਦੂਰ ਤੱਕ ਜੰਗਲ ਵਿੱਚ ਚਲਾ ਗਿਆ। ਨਿਤਸ ਚਲਿਓ ਇੱਕ ਮਿਰਗ ਅਗਾਰੀ। ਇੱਕ ਹਿਰਨ ਇਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਨਿਕਲਿਆ ਸ਼ਿਕਾਰ ਖੇਡਣ ਲਈ। ਦੇਖ ਤੁਰੰਗਨ ਪਿੱਛੇ ਡਾਰੀ। ਹਿਰਨ ਨੂੰ ਦੌੜਦਾ ਵੇਖ ਕੇ ਨੇ ਆਪਣੀ ਘੋੜੀ ਉਹਦੇ ਪਿੱਛੇ ਛੱਡ ਦਿੱਤੀ। ਤੇਜ਼ੀ ਨਾਲ ਉਹਨੂੰ ਪਕੜਨ ਵਾਸਤੇ, ਉਸ ਹਿਰਨ ਨੂੰ ਮਾਰਨ ਵਾਸਤੇ ਘੋੜੀ ਦੌੜਾਈ। ਪਟ ਇੱਕ ਸੰਗ ਪਹੁੰਚਿਓ ਨਾਹੀ। ਇੰਨੀ ਘੋੜੀ ਤੇਜ਼ ਸੀ ਵੀ ਕਿਸੇ ਹੋਰ ਸਿਪਾਹੀ ਦਾ ਘੋੜਾ ਇਹਦੇ ਨਾਲ ਨਹੀਂ ਰਲਿਆ। ਇਹ ਇਕੱਲਾ ਹੀ ਘੋੜੀ ਦੌੜਾ ਕੇ ਜੰਗਲ ਵਿੱਚ ਦੂਰ ਤੱਕ ਉਸ ਹਿਰਨ ਦੇ ਪਿੱਛੇ ਨਿਕਲ ਗਿਆ। ਗਮਨਿਓ ਵਿਪਨ ਗਹਿਨ ਕੇ ਮਾਈ। ਔਰ ਜਿਹੜਾ ਸੰਘਣਾ ਜੰਗਲ ਸੀ ਦੱਖਣ ਦਿਸ਼ਾ ਦਾ, ਉਹਦੇ ਵਿੱਚ ਚਲਾ ਗਿਆ। ਮਾਰ ਮਿਰਗ ਕੋ ਸ਼ਰਮ ਪਾਰੀ। ਉੱਥੇ ਜਾ ਕੇ ਨੇ ਹਿਰਨ ਦਾ ਸ਼ਿਕਾਰ ਕੀਤਾ, ਹਿਰਨ ਮਾਰ ਦਿੱਤਾ। ਔਰ ਹਿਰਨ ਮਾਰ ਕੇ ਥੱਕ ਗਿਆ ਸੀ, ਕਿਉਂਕਿ ਬੜਾ ਲੰਮਾ ਪੈਂਡਾ ਪਿੱਛੋਂ ਤੈਅ ਕਰਕੇ ਆਇਆ।
ਥਕੇਵਾ ਹੋ ਗਿਆ ਰਾਜੇ ਜਨਮੇਜੇ ਨੂੰ। ਬਿਆਸ ਬਖਾਨੀ ਦੀਨ ਬਿਸਾਰੀ। ਜੋ ਵੇਦ ਵਿਆਸ ਜੀ ਨੇ ਕਿਹਾ ਸੀ ਉਹ ਸਾਰਾ ਕੁਝ ਇਹਨੂੰ ਭੁੱਲ ਗਿਆ। ਉਹ ਸਾਰੀਆਂ ਗੱਲਾਂ ਇਹਦੀ ਸੁਰਤੀ ਵਿੱਚੋਂ ਬੇਸਿਮਰਤੀ ਹੋ ਗਈਆਂ। ਸਰ ਤਟ ਸੋਇਓ ਪੀ ਕਰ ਪਾਨੀ। ਉਸੇ ਤਲਾਬ ਦੇ ਕੰਢੇ ਤੇ ਚਲਾ ਗਿਆ ਜਿੱਥੇ ਵੇਦ ਵਿਆਸ ਨੇ ਵਰਜਿਆ ਸੀ ਵੀ ਨਾ ਜਾਈਂ। ਉਸ ਤਲਾਬ ਦੇ ਕੰਢੇ ਤੋਂ ਇਹਨੇ ਪਾਣੀ ਪੀਤਾ ਤੇ ਲਾਗੇ ਦਰਖਤ ਦੀ ਛਾਂ ਵੇਖ ਕੇ ਲੇਟ ਗਿਆ। ਨਿਕਟ ਤੁਰੰਗਨ ਬ੍ਰਿਖ ਬੰਧਾਨੀ। ਔਰ ਘੋੜੀ ਲਾਗੇ ਇੱਕ ਦਰਖਤ ਦੇ ਨਾਲ ਬੰਨ੍ਹ ਦਿੱਤੀ ਤੇ ਆਪ ਸੌਂ ਗਿਆ। ਥੱਕਿਆ ਹੋਇਆ ਸੀ, ਅੱਖ ਲੱਗ ਗਈ। ਸਰਵਰ ਤੇ ਤਬ ਨਿਕਸ ਤੁਰੰਗਾ। ਇਤਨੇ ਨੂੰ ਘੋੜਾ ਇੱਕ ਕਹਿੰਦੇ ਤਲਾਬ ਦੇ ਵਿੱਚੋਂ ਨਿਕਲਿਆ। ਮੈਥੁਨ ਕੀਨ ਬਾਜਨੀ ਸੰਗਾ। ਉਹਨੇ ਘੋੜੀ ਨਾਲ ਮੈਥੁਨ ਕੀਤਾ ਔਰ ਪ੍ਰਵੇਸ਼ਿਓ ਜਲ ਕੇ ਮਾਈ। ਪਤਾ ਨਹੀਂ ਕਿੱਥੋਂ ਆਇਆ, ਮੁੜ ਕੇ ਫਿਰ ਉਸੇ ਤਾਲ ਦੇ ਵਿੱਚ ਤਲਾਬ ਦੇ ਵਿੱਚ ਉਹ ਪ੍ਰਵੇਸ਼ ਕਰ ਗਿਆ। ਉਪਤ ਸੁਧ ਪਾਈ ਕੋ ਨਾਈ। ਹੁਣ ਰਾਜੇ ਜਨਮੇਜੇ ਨੂੰ ਇਹਦੇ ਬਾਰੇ ਕੋਈ ਬੋਧ ਨਹੀਂ ਹੋਇਆ ਕਿਉਂਕਿ ਸੌਂ ਗਿਆ ਸੀ। ਸੁੱਤੇ ਪਏ ਨੂੰ ਨਹੀਂ ਬੋਧ ਹੋਇਆ ਕੀ ਹੋਇਆ ਹੈ। ਇਹ ਗੂੜੀ ਨੀਂਦ ਵਿੱਚ ਸੁੱਤਾ ਪਿਆ ਰਿਹਾ। ਟੁੱਟੀ ਨੀਂਦ ਹੋਏ ਕਰ ਅਸਵਾਰਾ। ਜਦੋਂ ਇਹਦੀ ਨੀਂਦ ਖੁੱਲੀ ਤੇ ਘੋੜੀ ਤੇ ਸਵਾਰ ਹੋਇਆ। ਆਨ ਪਹੁੰਚਿਓ ਆਪਣੇ ਅਗਾਰਾ। ਔਰ ਆਪਣੇ ਮਹਿਲਾਂ ਵਿੱਚ ਆਪਣੇ ਘਰ ਪਹੁੰਚ ਗਿਆ। ਧਾਰ ਗਰਭ 3 ਦੀਨ ਬਛੇਰਾ। ਕਹਿੰਦੇ ਘੋੜੀ ਨੇ ਗਰਭ ਧਾਰਨ ਕੀਤਾ ਤੇ ਸਮਾਂ ਪਾ ਕੇ ਘੋੜੀ ਨੇ ਇੱਕ ਬਛੇਰੇ ਨੂੰ ਜਨਮ ਦਿੱਤਾ। ਸ਼ਾਮ ਕਰਨ ਤਨ ਰੁਚਿਰ ਕਨੇਰਾ। ਜਿਵੇਂ ਦੱਸਿਆ ਸੀ ਨਾ ਵੇਦ ਵਿਆਸ ਨੇ, ਐਨ ਉਹੋ ਜਿਹਾ ਬਛੇਰਾ। ਉਸ ਬਛੇਰੇ ਦੇ ਜਿਹੜੇ ਕੰਨ ਸਨ ਉਹ ਕਾਲੇ ਨੇ, ਦੋਵੇਂ ਕੰਨ। ਬਾਕੀ ਸਰੀਰ ਉਹਦਾ ਸਫੇਦ ਹੈ, ਕੰਨ ਉਹਦੇ ਦੋਵੇਂ ਕਾਲੇ ਹਨ। ਜਗੈ ਉਚਿਤ ਅਸਮੂਰਤ ਕੀਨੀ। ਇਹਨੇ ਵੇਖਿਆ ਵੀ ਇਹੋ ਜਿਹਾ ਘੋੜਾ, ਕਿਉਂਕਿ ਕਾਲੇ ਕੰਨਾਂ ਵਾਲਾ ਜਿਹੜਾ ਘੋੜਾ ਹੁੰਦਾ ਹੈ ਉਹ ਯੱਗ ਕਰਨ ਵਾਸਤੇ ਜਿਹੜਾ ਹੈ ਉਹ ਉੱਤਮ ਮੰਨਿਆ ਗਿਆ। ਤੋ ਇਹਨੇ ਉਸ ਵੇਲੇ ਅਸਵਮੇਧ ਯੱਗ ਦਾ ਫੁਰਨਾ ਕੀਤਾ। ਸਭ ਮਿਲ ਨ੍ਰਿਪ ਕੋ ਮਸਲਤ ਦੀਨੀ। ਇਹਦੇ ਨਾਲ ਦੇ ਜਿਹੜੇ ਵਜ਼ੀਰ ਸੀ, ਸਲਾਹਕਾਰ ਸਨ, ਉਹਨਾਂ ਸਾਰਿਆਂ ਨੇ ਰਾਜੇ ਜਨਮੇਜੇ ਨੂੰ ਸਲਾਹ ਦਿੱਤੀ। ਮਖ ਕੀਜੇ ਹੋਏ ਸੁਜਸ ਬਡੇਰੋ। ਕਹਿਣ ਲੱਗਾ ਜੀ ਤੁਹਾਨੂੰ ਯੱਗ ਕਰਨਾ ਚਾਹੀਦਾ। ਇਹੋ ਜਿਹਾ ਘੋੜਾ ਤਾਂ ਵਿਰਲੇ ਰਾਜਿਆਂ ਕੋਲ ਹੁੰਦਾ ਹੈ ਵੀ ਜਿਹਦੇ ਕੰਨ ਕਾਲੇ ਹੋਣ। ਇਹ ਬੜਾ ਉੱਤਮ ਜਾਤੀ ਦਾ ਘੋੜਾ ਹੈ, ਤੈਨੂੰ ਯੱਗ ਕਰਨਾ ਚਾਹੀਦਾ। ਜਦੋਂ ਤੂੰ ਯੱਗ ਕਰੇਗਾ ਤੇਰੀ ਬੜੀ ਸੋਭਾ ਹੋਵੇਗੀ ਸੰਸਾਰ 'ਚ ਕਿ ਰਾਜੇ ਜਨਮੇਜੇ ਨੇ ਰਾਜਸੂ ਯੱਗ ਕੀਤਾ ਹੈ। ਜਾਏ ਪੁੰਨ ਫਲ ਹੋਤ ਕਨੇਰੋ। ਔਰ ਇਹਦਾ ਬੜਾ ਵੱਡਾ ਪੁੰਨ ਹੁੰਦਾ, ਬੜਾ ਵੱਡਾ ਬਹਾਤਮ ਹੁੰਦਾ। ਰਾਜਾ ਤੈਨੂੰ ਇਹ ਯੱਗ ਕਰਨਾ ਚਾਹੀਦਾ, ਇਹ ਪੁੰਨ ਕਰਮ ਕਰਨਾ ਚਾਹੀਦਾ। ਕਈ ਸਬਨ ਕੇ ਨ੍ਰਿਪ ਬਿਰ ਮਾਇਆ। ਰਾਜੇ ਜਨਮੇਜੇ ਨੇ ਆਪਣੇ ਵਜ਼ੀਰਾਂ ਦੀ ਅਕਲ ਸੁਣੀ, ਉਹਨਾਂ ਦੀ ਸਲਾਹ ਸੁਣੀ ਤੇ ਉਹਨਾਂ ਦੀ ਸਲਾਹ ਦੇ ਪਿੱਛੇ ਲੱਗ ਗਿਆ। ਵੇਦ ਵਿਆਸ ਦੀਆਂ ਕਈਆਂ ਸਾਰੀਆਂ ਗੱਲਾਂ ਇਹਨੂੰ ਭੁੱਲ ਗਈਆਂ। ਵਿਆਸ ਬਿਰਤੰਤ ਹਿਰਦੈ ਬਿਸਰਾਇਆ। ਵੇਦ ਵਿਆਸ ਜੀ ਨੇ ਜਿਹੜਾ ਬਿਰਤਾਂਤ ਦੱਸਿਆ ਸੀ ਵੀ ਤੂੰ ਯੱਗ ਕਰਾਏਗਾ ਫਿਰ ਬ੍ਰਾਹਮਣਾਂ ਨੂੰ ਮਾਰੇਗਾ, ਇਹ ਸਾਰੀਆਂ ਗੱਲਾਂ ਇਹਦੇ ਦਿਲ ਦਿਮਾਗ ਚੋਂ ਭੁੱਲ ਗਈਆਂ। ਮਖ ਆਰੰਭ ਕੀਨੋ ਤੈ ਕਾਲਾ। ਉਸੇ ਵੇਲੇ ਨੇ ਰਾਜਸੂ ਯੱਗ ਦੀ ਆਰੰਭਤਾ ਕੀਤੀ। ਬੜੇ ਬੜੇ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਤੇ ਸੱਦਿਆ। ਚੜ ਕੇ ਜੀਤੇ ਨ੍ਰਿਪਤ ਬਿਸਾਲਾ। ਇਹਨੇ ਰਾਜਸੂ ਯੱਗ ਕਰਨਾ ਸੀ, ਉਹਦੇ ਲਈ ਰਾਜੇ ਜਿੱਤਣੇ ਸੀ। ਨੇੜੇ ਤੇੜੇ ਦੇ ਜਿੰਨੇ ਰਾਜੇ ਸਨ ਉਹ ਰਾਜੇ ਨੇ ਚੜ੍ਹਾਈ ਕਰਕੇ ਜਿੱਤੇ। ਅਨੇਕ ਪ੍ਰਕਾਰ ਸਵਾਰ ਆਹਾਰਾ। ਔਰ ਯੱਗ ਕੀਤਾ, ਅਨੇਕਾਂ ਪ੍ਰਕਾਰ ਦੇ ਭੋਜਨ ਜਿਹੜੇ ਸਨ ਉਹ ਯੱਗ ਦੀ ਸੰਪੂਰਨਤਾ ਤੇ ਇਹਨੇ ਤਿਆਰ ਕੀਤੇ। ਵਿਪਰ ਬੁਲਾਏ ਬੋਤੇ ਅਗਾਰਾ। ਔਰ ਉਹ ਭੋਜਨ ਛਕਾਉਣ ਵਾਸਤੇ ਨੇ ਘਰ ਵਿੱਚ ਬਹੁਤ ਸਾਰੇ ਅਣਗਿਣਤ ਬ੍ਰਾਹਮਣਾਂ ਨੂੰ ਸੱਦਿਆ। ਤੋ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਦੇ ਵਾਸਤੇ ਸਾਰੇ ਭੋਜਨ ਦਾ ਪ੍ਰਬੰਧ ਰਾਜੇ ਜਨਮੇਜੇ ਨੇ ਕੀਤਾ। ਗਮਨਿਓ ਦਾਨ ਦੇਨ ਕੇ ਹੇਤਾ। ਬ੍ਰਾਹਮਣਾਂ ਨੂੰ ਭੋਜਨ ਛਕਾਇਆ। ਬਾਅਦ ਵਿੱਚ ਦਾਨ ਰਾਜਾ ਆਪ ਦਿੰਦਾ। ਰਾਜਾ ਤੇ ਰਾਣੀ ਦੋਵੇਂ ਮਿਲ ਕੇ ਇੱਕ ਚਾਦਰੇ ਵਿੱਚ ਆਪਣਾ ਤਨ ਲਪੇਟ ਕੇ ਦਾਨ ਕਰਦੇ ਹੁੰਦੇ ਐ। ਏਦਾਂ ਦੀ ਯੱਗ ਦੀ ਇਹਨਾਂ ਦੀ ਮਰਿਆਦਾ ਹੈ। ਤੋ ਉਸ ਵਕਤ ਰਾਜਾ ਤੇ ਰਾਣੀ ਇਹ ਦੋਵੇਂ ਬ੍ਰਾਹਮਣਾਂ ਨੂੰ ਦਾਨ ਕਰਨ ਵਾਸਤੇ ਉੱਥੇ ਪਹੁੰਚੇ। ਇੱਕ ਪਟ ਮੈਂ ਪਟਰਾਨ ਸਮੇਤਾ। ਇੱਕੋ ਚਾਦਰਾ ਸੀ ਵੱਡਾ, ਉਸ ਚਾਦਰੇ ਵਿੱਚ ਰਾਣੀ ਔਰ ਰਾਜਾ ਦੋਨਾਂ ਨੇ ਆਪਣਾ ਸਰੀਰ ਲਪੇਟਿਆ ਹੋਇਆ ਤੇ ਦਾਨ ਕਰਨ ਵਾਸਤੇ ਪਹੁੰਚੇ ਹਨ। ਵਿਪਰ ਬ੍ਰਿੰਦ ਕੇ ਵਿੱਚ ਪਹੁੰਚਾ। ਜਦੋਂ ਉਹਨਾਂ
ਉਹਨਾਂ ਸਾਰੇ ਬ੍ਰਾਹਮਣਾਂ ਦੇ ਵਿੱਚ ਰਾਜਾ ਜਨਮੇਜਾ ਪਹੁੰਚਿਆ। ਪਇਓ ਪੌਨ ਤੇ ਤੀਆ ਪਟ ਉੱਚਾ। ਕਹਿੰਦੇ ਹਵਾ ਦਾ ਬੁੱਲਾ ਆਇਆ ਤੇ ਹਵਾ ਦੇ ਨਾਲ ਚਾਦਰਾ ਥੋੜਾ ਜਿਹਾ ਤਨ ਤੋਂ ਰਾਣੀ ਦੇ ਪਾਸੇ ਹਟਿਆ। ਤੈ ਚਿਨ ਬਿਕੇ ਬਿਲੋਕੇ ਅੰਗਾ। ਤੇ ਉੱਥੇ ਜਿਹੜੇ ਬ੍ਰਾਹਮਣ ਬੈਠੇ ਸਨ ਉਹਨਾਂ ਦੀ ਨਿਗਾਹ ਪੈ ਗਈ ਰਾਣੀ ਦੇ ਤਨ ਤੇ। ਸਰਬ ਦਿਜਨ ਕੀਏ ਹਾਸ ਉਤੰਗਾ। ਤੇ ਜਿੰਨੇ ਬ੍ਰਾਹਮਣ ਸਨ ਉਹ ਹੱਸ ਪਏ। ਰਾਣੀ ਦੇ ਕਹਿੰਦੇ ਤਨ ਨੂੰ ਵੇਖ ਕੇ ਇੱਕਦਮ ਉਹਨਾਂ ਦਾ ਹਾਸਾ ਨਿਕਲ ਗਿਆ। ਉਹ ਜਿੰਨੇ ਬ੍ਰਾਹਮਣ ਸਨ ਉਹ ਹੱਸ ਪਏ। ਦੇਖ ਭੂਪ ਕ੍ਰੋਧਿਓ ਉਰ ਭਾਰਾ। ਜਦੋਂ ਰਾਜੇ ਜਨਮੇਜੇ ਨੇ ਵੇਖਿਆ ਵੀ ਮੇਰੀ ਧਰਮ ਪਤਨੀ ਰਾਣੀ ਦੇ ਤਨ ਨੂੰ ਵੇਖ ਕੇ ਹੱਸਦੇ ਐ, ਵੀ ਜੇ ਚਾਦਰਾ ਉਹਦੇ ਤਨ ਤੋਂ ਹਵਾ ਨਾਲ ਪਾਸੇ ਹਟਿਆ ਤੇ ਉਹਦੇ ਅੰਗ ਵੇਖ ਕੇ ਹੱਸਦੇ ਐ, ਵੀ ਇਹ ਬ੍ਰਾਹਮਣ ਨੀਚ ਕਰਮ ਕਰ ਰਹੇ ਨੇ, ਇਹੋ ਜਿਹਾ ਕਰਮ ਇਹਨਾਂ ਲਈ ਸ਼ੋਭਦਾ ਨਹੀਂ। ਰਾਜੇ ਜਨਮੇਜੇ ਦੇ ਦਿਮਾਗ ਦੇ ਉੱਤੇ ਕ੍ਰੋਧ ਜਿਹੜਾ ਉਹ ਹਾਵੀ ਹੋਇਆ, ਗੁੱਸੇ ਵਿੱਚ ਆਇਆ। ਉਚਿਤ ਅਨੁਚਿਤ ਕਛੂ ਨਾ ਵਿਚਾਰਾ। ਇਹਨੇ ਫਿਰ ਇਹ ਨਹੀਂ ਵੇਖਿਆ ਉਚਿਤ ਅਨੁਚਿਤ ਕੀ ਹੈ। ਜਦੋਂ ਬੰਦੇ ਦੇ ਦਿਮਾਗ ਤੇ ਗੁੱਸਾ ਹਾਵੀ ਹੋ ਜਾਏ ਉਹਦੀ ਵਿਚਾਰ ਸ਼ਕਤੀ ਖਤਮ ਹੋ ਜਾਂਦੀ, ਉਹਦਾ ਵਿਵੇਕ ਖਤਮ ਹੋ ਜਾਂਦਾ ਹੈ। ਇਸੇ ਕਰਕੇ ਪੰਡਤ ਗੁਲਾਬ ਸਿੰਘ ਹੋਣਾ ਨੇ ਲਿਖਿਆ, ਅੰਧ ਕਰੋ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਮੈਂ ਨੇਤਰਾਂ ਵਾਲਿਆਂ ਨੂੰ ਅੰਨਾ ਕਰ ਦਿੰਨਾ ਔਰ ਕੰਨਾਂ ਵਾਲਿਆਂ ਨੂੰ ਬੋਲਾ ਬਣਾ ਦਿੰਨਾ। ਜਿਹਦੇ ਦਿਮਾਗ ਤੇ ਮੈਂ ਸਵਾਰ ਹੋ ਜਾਵਾਂ, ਕ੍ਰੋਧ ਕਹਿੰਦਾ ਅੱਖਾਂ ਹੁੰਦਿਆਂ ਉਹ ਅੰਨਾ ਹੋ ਜਾਂਦਾ, ਕੰਨ ਹੁੰਦਿਆਂ ਬੋਲਾ ਹੋ ਜਾਂਦਾ, ਮੈਂ ਉਹਨੂੰ ਸੁਣਨ ਨਹੀਂ ਦਿੰਦਾ। ਕ੍ਰੋਧੀ ਬੰਦਾ ਨਹੀਂ ਸੁਣਦਾ ਕਿਸੇ ਦੀ ਗੱਲ, ਤੁਸੀਂ ਜਿੰਨੀ ਮਰਜ਼ੀ ਉਹਨੂੰ ਗਿਆਨ ਕਹਿੰਦਾ ਪਰੇ ਹਟ ਮੈਂ ਨਹੀਂ ਸੁਣਦਾ। ਕ੍ਰੋਧੀ ਨੂੰ ਇਹ ਵੀ ਨਜ਼ਰ ਨਹੀਂ ਆਉਂਦਾ ਵੀ ਜਿਹਨੂੰ ਮਾਰਨ ਲੱਗਾ ਵੀ ਇਹਨੂੰ ਮਾਰਨਾ ਉਚਿਤ ਹੈ ਕਿ ਅਨੁਚਿਤ ਹੈ। ਕਹਿੰਦੇ ਇਸ ਤਰ੍ਹਾਂ ਰਾਜੇ ਜਨਮੇਜੇ ਦੀ ਸੁਰਤ ਵਿੱਚ ਕ੍ਰੋਧ ਆ ਗਿਆ। ਇਹ ਭੁੱਲ ਗਿਆ ਵੀ ਇਹਨਾਂ ਬ੍ਰਾਹਮਣਾਂ ਨੂੰ ਮਾਰਨਾ ਬੜੀ ਵੱਡੀ ਹੱਤਿਆ, ਬ੍ਰਾਹਮਣ ਹੱਤਿਆ ਲੱਗੇਗਾ, ਦੋਸ਼ ਲੱਗੇਗਾ ਮੇਰੇ ਤੇ। ਇਹ ਭੁੱਲ ਗਿਆ, ਉਚਿਤ ਅਨੁਚਿਤ ਦੀ ਵਿਚਾਰ ਨਹੀਂ ਕੀਤੀ। ਪਕਰੇ ਨਿਰਪਤ ਬੋਤ ਬਿਪਜਾਰੇ। ਜਿੰਨੇ ਬ੍ਰਾਹਮਣ ਸੀ ਜਿਹੜਾ ਹਵਨ ਕੁੰਡ ਬਣਾਇਆ ਸੀ ਉਹਦੇ 'ਚ ਹੀ ਸਾੜ ਸਾੜ ਕੇ ਮਾਰੇ ਇਹਨੇ। ਜਿੰਨੇ ਬ੍ਰਾਹਮਣ ਸੱਦੇ ਸੀ, ਹੱਸੇ ਹੋਣਗੇ 5 7 10 ਹੱਸੇ ਹੋਣਗੇ, ਸਾਰੇ ਤਾਂ ਨਹੀਂ ਹੱਸੇ ਹੋਣੇ, ਪਰ ਇਹਨੇ ਸਾਰੇ ਬ੍ਰਾਹਮਣ ਜਿੰਨੇ ਵੀ ਸਨ ਸਾਰੇ ਹੀ ਸਾੜ ਕੇ ਭਸਮ ਕਰ ਦਿੱਤੇ, ਦਗਧ ਕਰ ਦਿੱਤੇ, ਜਿੰਨੇ ਘਰ 'ਚ ਬੁਲਾਏ ਸਨ। ਇੱਕ ਛਿਨ ਵਿਖੇ ਸਰਬ ਹਨ ਡਾਰੇ। ਪਲਾਂ ਵਿੱਚ ਹੀ ਸਾਰੇ ਬ੍ਰਾਹਮਣ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ, ਜਿਉਂਦਿਆਂ ਨੂੰ ਸਾੜ ਦਿੱਤਾ। ਮਹਾ ਪਾਪ ਤੇ ਭਾ ਦੁਖ ਭਾਰੀ। ਹੁਣ ਬ੍ਰਾਹਮਣ ਇੰਨੇ ਮਾਰੇ ਸੀ, ਉਸ ਪਾਪ ਕਰਕੇ ਬੜਾ ਵੱਡਾ ਦੁੱਖ ਹੋਇਆ, ਸਾਰੇ ਸਰੀਰ ਤੇ ਕੋੜ ਪੈ ਗਿਆ ਰਾਜੇ ਜਨਮੇਜੇ ਦੇ। ਪੂੰ ਵਗਣ ਲੱਗੀ, ਸਰੀਰ ਤੇ ਮੱਖੀਆਂ ਭਿਣ ਭਿਣ ਕਰਦੀਆਂ, ਰੇਸ਼ਾ ਸਿਮਦਾ ਸਰਵਦਾ ਹੈ। ਇਹੋ ਜੀ ਦਸ਼ਾ ਰਾਜੇ ਜਨਮੇਜੇ ਦੇ ਤਨ ਦੀ ਹੋਈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪ੍ਰਸੰਗ ਦਾ ਬੜੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਹੈ ਸ੍ਰੀ ਦਸਮ ਪਾਤਸ਼ਾਹ ਨੇ ਕੀਤੀ ਦਸਮ ਬਾਣੀ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਇਹ ਜਿਹੜੀ ਪਾਵਨ ਪੰਕਤੀ ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ, ਇਹਦੀ ਵਿਆਖਿਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਵੀ ਆਪਣੀ ਬਾਣੀ ਵਿੱਚ ਕੀਤੀ ਹੈ। ਇਸ ਕਰਕੇ ਪੁਰਾਤਨ ਸਮੇਂ ਤੋਂ ਗੁਰੂ ਕੇ ਸਿੱਖ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਪੜ੍ਹਦੇ ਹਨ। ਜਿਵੇਂ ਜਪਜੀ ਸਾਹਿਬ ਦਾ ਪਾਠ ਕਰਦੇ ਨਾਲ ਜਾਪ ਸਾਹਿਬ ਵੀ ਆਪਾਂ ਪੜ੍ਹਦੇ ਹਾਂ। ਓਨਾ ਹੀ ਸਤਿਕਾਰ ਗੁਰਸਿੱਖ ਦੇ ਹਿਰਦੇ ਵਿੱਚ ਹੈ। ਹਾਂਜੀ, ਵੱਡਿਓ ਕੁਸ਼ਟ ਤੈ ਦੇਹ ਮਝਾਰੀ। ਰਾਜੇ ਜਨਮੇਜੇ ਦੇ ਤਨ ਤੇ ਕੋੜ ਪੈ ਗਿਆ, ਸਾਰਾ ਸਰੀਰ ਕੁਸ਼ਟੀ ਹੋ ਗਿਆ। ਆਨ ਬਿਆਸ ਬੋਰੋ ਸਮਝਾਇਓ। ਫਿਰ ਵੇਦ ਵਿਆਸ ਜੀ ਆਏ, ਕਹਿੰਦੇ ਰਾਜਾ ਜਨਮੇਜਾ ਮੈਂ ਤੈਨੂੰ ਕਿਹਾ ਸੀ ਨਾ ਇਹ ਹੋਣੀ ਵਰਤਣੀ ਹੈ, ਤੂੰ ਚਾਰਾ ਨਹੀਂ ਕੀਤਾ ਇਹਦੇ ਤੂੰ ਬਚਣ ਦਾ, ਵਰਤ ਗਈ ਹੈ ਨਾ। ਵੇਦ ਵਿਆਸ ਜੀ ਆਏ, ਭਾਰਤ ਕੋ ਇਤਿਹਾਸ ਸੁਨਾਇਓ। ਕਹਿੰਦੇ ਹੁਣ ਇਹ ਕੋੜ ਤੇਰਾ ਤਾਂ ਠੀਕ ਹੋਵੇਗਾ ਜਦੋਂ ਤੂੰ ਮਹਾਭਾਰਤ ਦੀ ਕਥਾ ਸੁਣੇਗਾ, ਕਥਾ ਸੁਣ ਕੇ ਤੇਰਾ ਇਹ ਕੁਸ਼ਟ ਦੂਰ ਹੋਵੇਗਾ। ਕਯੋ ਭੀਮ ਕੋ ਜਬ ਇਤਿਹਾਸਾਂ। ਕਹਿੰਦੇ ਵੇਦ ਵਿਆਸ ਜੀ ਕਥਾ ਕਰਨ ਲੱਗੇ, ਕਥਾ ਸੁਣਦਿਆਂ ਸੁਣਦਿਆਂ 1 ਦਿਨ 2 ਦਿਨ ਜਨਮੇਜੇ ਦੇ ਸਰੀਰ ਦਾ ਕੋੜ ਜਿਵੇਂ ਜਿਵੇਂ ਕਥਾ ਸੁਣਦਾ ਦੂਰ ਹੁੰਦਾ ਜਾ ਰਿਹਾ ਹੈ, ਉਹਦੇ ਤਨ ਦਾ ਕੁਸ਼ਟ ਦੂਰ ਹੁੰਦਾ ਜਾ ਰਿਹਾ। 1 ਦਿਨ ਪ੍ਰਸੰਗ ਆਇਆ, ਕਥਾ ਦੇ ਵਿੱਚ ਹੀ ਪ੍ਰਸੰਗ ਆਇਆ, ਵੇਦ ਵਿਆਸ ਜੀ ਨੇ ਕਥਾ ਕੀਤੀ। ਕਰੀ ਬਗਾਏ ਬੀਚ ਆਕਾਸ਼ਾ। ਕਿ ਭੀਮ ਨੇ ਹਾਥੀ ਆਕਾਸ਼ ਦੇ ਵਿੱਚ ਸੁੱਟੇ ਸਨ ਵਗਾ ਕੇ।
ਜਦੋਂ ਉਹਨੇ ਹਾਥੀ ਆਕਾਸ਼ ਵਿੱਚ ਸੁੱਟੇ ਸੋ ਅਬਲੋ ਉਪਰ ਪਰਮਾਈ। ਉਹ ਹਾਥੀ ਹਾਲੇ ਤੱਕ ਆਕਾਸ਼ ਵਿੱਚ ਭਰਮੀ ਜਾਂਦੇ ਨੇ, ਮੁੜ ਕੇ ਜ਼ਮੀਨ ਤੇ ਪੁੰਜਿਆ ਨਹੀਂ ਆਏ। ਬੌਰ ਨ ਪਰੇ ਧਰਾ ਪਰ ਆਈ। ਮੁੜ ਕੇ ਉਹ ਹਾਥੀ ਧਰਤੀ ਦੇ ਉੱਤੇ ਆ ਕੇ ਨਹੀਂ ਡਿੱਗੇ। ਇੰਨੇ ਬਲ ਨਾਲ ਹਾਥੀ ਜਿਹੜੇ ਸਨ ਉਹ ਭੀਮ ਨੇ ਆਕਾਸ਼ ਵਿੱਚ ਉਡਾਏ ਸਨ। ਸੁਣ ਕੇ ਪੂਪ ਨ ਮਾਨੀ ਬਾਣੀ। ਇਹ ਸੁਣ ਕੇ ਰਾਜਾ ਜਨਮੇਜਾ ਜਿਹੜਾ ਸੀ ਇਹਨੇ ਨਹੀਂ ਮੰਨੀ ਗੱਲ। ਕਹਿੰਦਾ ਮੈਂ ਨਹੀਂ ਮੰਨਦਾ ਵੀ ਹਾਥੀ ਉੱਤੇ ਸੁੱਟਿਆ ਹੋਵੇ। ਪਹਿਲੀ ਗੱਲ ਤੇ ਹਾਥੀ ਚੁੱਕਣਾ ਔਖਾ। ਫਿਰ ਕਹਿੰਦਾ ਜੇ ਹਾਥੀ ਚੁੱਕ ਕੇ ਤਾਂ ਸੁੱਟਿਆ ਹੋਵੇ ਤੇ ਥੱਲੇ ਹੀ ਨਾ ਆਇਆ ਹੋਵੇ, ਕਹਿੰਦਾ ਮੈਂ ਨਹੀਂ ਮੰਨਦਾ। ਇਹਨੇ ਕਿੰਤੂ ਕੀਤਾ। ਜਿਵੇਂ ਕਿਹਾ ਸੀ ਨਾ ਵੇਦ ਵਿਆਸ ਨੇ ਵੀ ਹੋਣੀ ਵਰਤਣੀ, ਤੂੰ ਕਿੰਤੂ ਕਰੇਗਾ ਕਥਾ ਵਿੱਚ, ਉਸੇ ਤਰ੍ਹਾਂ ਹੀ ਹੋਇਆ। ਕਹਿੰਦਾ ਜੀ ਮੈਂ ਨਹੀਂ ਮੰਨਦਾ, ਇਹ ਹੋ ਹੀ ਨਹੀਂ ਸਕਦਾ। ਜਿਵੇਂ ਅੱਜ ਕੱਲ ਵੀ ਕਈ ਵਾਰੀ ਕਥਾ ਸੁਣਦੇ ਆ ਕਈ ਕਹਿ ਦਿੰਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਜੀ। ਮੱਕਾ ਨੇ ਇਸ ਜਾਪ ਨੂੰ ਜਪਣ ਵਾਲੇ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ, ਹਾਰਦੇ ਨਹੀਂ। ਜਿਹੜੇ ਇਸ ਪਵਿੱਤਰ ਨਾਮ ਨੂੰ ਜਪਦੇ ਨੇ, ਸਤਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ ਜੋ ਮੰਨੈ ਸੋ ਜਨ ਜਾਏ। ਜਿਹੜੇ ਵਾਹਿਗੁਰੂ ਸੱਚੇ ਨਾਮ ਨੂੰ ਸਤ ਕਰਕੇ ਮੰਨਦੇ ਐ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਆਪਣੇ ਜਨਮ ਦੀ ਬਾਜੀ ਨੂੰ, ਜਿਣ ਦਾ ਮਤਲਬ ਹੁੰਦਾ ਜਿੱਤ ਕੇ ਜਾਂਦੇ ਨੇ। ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਨਹੀਂ ਹਾਰਦੇ। ਔਰ ਕਰਮ ਲੇਖੇ ਬਿਕੈ ਨੈਕੂ ਛੁਟਨੇ ਉਪਾਏ। ਮਰਦਾਨਿਆਂ ਨਾਮ ਜਪੇ ਤੋਂ ਬਿਨਾਂ ਬਾਕੀ ਜਿੰਨੇ ਹੋਰ ਕਰਮ ਕਾਂਡ ਨੇ ਉਹ ਕਿਸੇ ਲੇਖੇ 'ਚ ਨਹੀਂ ਪੈਣੇ। ਸੰਸਾਰ ਦੇ ਕਰਮ ਕਾਂਡ ਹਨ, ਉਹ ਕਰਮ ਕਾਂਡ ਕਿਸੇ ਲੇਖੇ 'ਚ ਨਹੀਂ ਪੈਣੇ ਜੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ। ਜੋ ਪਈ ਹਿਰਦੇ ਸੁਧ ਸੇਵੇਂ ਸ੍ਰੀ ਨਾਮੋ। ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ, ਜਾਂ ਇਦਾਂ ਕਹਿ ਲਈਏ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਆ। ਨਾਮ ਦੀ ਕਮਾਈ ਹਿਰਦੇ ਨੂੰ ਸ਼ੁੱਧ ਕਰਦੀ ਹੈ। ਵਾਹਿਗੁਰੂ ਜਿਵੇਂ ਜਿਵੇਂ ਜਪਾਂਗੇ ਹਿਰਦੇ ਦੀ ਮੈਲ ਧੁੱਪਦੀ ਆ। ਅਸੀਂ ਕਹਿੰਦੇ ਆ ਸਾਡਾ ਮਨ ਉੱਡੂ ਉੱਡੂ ਕਰਦਾ ਭਜਨ ਕਰਦੇ ਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਮਨ ਟਿਕਦਾ ਨਹੀਂ ਹੈ, ਭੱਜਦਾ ਸੱਜੇ ਖੱਬੇ, ਦੌੜਦਾ ਟਿਕਦਾ ਨਹੀਂ। ਇੰਨੀ ਤੇਜ਼ੀ ਨਾਲ ਦੌੜਦਾ ਸਰੀਰ ਭਾਵੇਂ ਬਲ 'ਚ ਨਹੀਂ ਹੈ। ਬਿਰਧ ਅਵਸਥਾ ਨੂੰ ਵੀ ਪ੍ਰਾਪਤ ਹੋ ਜਾਏ ਪਰ ਇਹ ਮਨ ਫਿਰ ਵੀ ਇੰਨਾ ਚੰਚਲ ਤੇ ਉੱਡੂ ਉੱਡੂ ਕਰਦਾ ਹੈ। ਭਜਨ ਕਰਦਿਆਂ ਸਭ ਤੋਂ ਪਹਿਲਾਂ ਮਨ ਵਿਚਲਿਤ ਹੁੰਦਾ ਹੈ। ਕਿਉਂ ਵਿਚਲਿਤ ਹੁੰਦਾ? ਕਿਉਂਕਿ ਉਹਦੀ ਮੈਲ ਧੁੱਪਦੀ ਹੈ। ਜਿਵੇਂ ਜਿਵੇਂ ਸਿਮਰਨ ਕਰਦੇ ਆ ਮਨ ਦੀ ਮੈਲ ਧੁੱਪਦੀ ਹੈ ਤੇ ਮਨ ਭੱਜਦਾ। ਉਹ ਤਾਂ ਆਪਣੇ ਆਪ ਨੂੰ ਧੋਣ ਤੋਂ ਬਚਾਉਂਦਾ। ਉਹਨੂੰ ਕਿੱਥੇ ਨਾਮ ਰੂਪੀ ਜਲ ਚੰਗਾ ਲੱਗਦਾ। ਅਮਲੀ ਬੰਦੇ ਨੂੰ ਨਹਾਣਾ ਥੋੜੀ ਚੰਗਾ ਲੱਗਦਾ, ਉਹ ਤਾਂ ਪਾਣੀ ਤੋਂ ਡਰਦਾ। ਇਹਦਾ ਨਾਮ ਰੂਪੀ ਜਲ ਤੋਂ ਭੱਜਦਾ ਮਨ ਵੀ ਮੈਂ ਧੁੱਪ ਜਾਵਾਂਗਾ, ਸ਼ੁੱਧ ਨਾ ਹੋ ਜਾਵਾਂ। ਪਰ ਗੁਰਸਿੱਖ ਮੋੜ ਮੋੜ ਕੇ ਸ਼ਬਦ ਵਿੱਚ ਜਦੋਂ ਇਹਨੂੰ ਜੋੜਦਾ ਤਾਂ ਫਿਰ ਇਹ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਜਿਵੇਂ ਸ਼ੁੱਧ ਹੋਣ ਲੱਗ ਪਵੇ ਤਿਵੇਂ ਤਿਵੇਂ ਫਿਰ ਐਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ, ਟਿਕਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਟਿਕ ਜਾਏ, ਇਹ ਉਨਮਨੀ ਅਵਸਥਾ ਨੂੰ ਪ੍ਰਾਪਤ ਹੋ ਜਾਏ ਤੇ ਫਿਰ ਤਿੰਨਾਂ ਲੋਕਾਂ ਦੀਆਂ ਬਾਤਾਂ ਕਹਿਣ ਲੱਗ ਪੈਂਦਾ। ਹਾਂਜੀ,
ਨੈ ਤਿਨ ਕੋ ਲੇਖੇ ਸੋ ਕਾਮੋ। ਮਹਾਰਾਜ ਜੀ ਕਹਿੰਦੇ ਜਿਹੜੇ ਭਜਨ ਕਰਦੇ ਆ ਮਰਦਾਨਿਆਂ, ਉਹਨਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ। ਜਿਹੜੇ ਇਸ ਪਾਵਨ ਭਜਨ ਦੇ ਵਿੱਚ ਸੁਰਤ ਜੋੜ ਕੇ ਆਪਣਾ ਹਿਰਦਾ ਸ਼ੁੱਧ ਕਰ ਲੈਂਦੇ ਆ, ਉਹਨਾਂ ਸ਼ੁੱਧ ਹਿਰਦਿਆਂ ਵਾਲਿਆਂ ਨੂੰ ਫਿਰ ਲੇਖਾ ਨਹੀਂ ਦੇਣਾ ਪੈਂਦਾ, ਉਹ ਲੇਖੇ ਤੋਂ ਮੁਕਤ ਹੋ ਜਾਂਦੇ ਨੇ। ਧਰਮ ਰਾਏ ਦਰ ਕਾਗਦ ਫਾਰੇ, ਧੰਨ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਆ ਚੌਥੇ ਪਾਤਸ਼ਾਹ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦਾ ਲੇਖਾ ਸਮਝ, ਤਿਨਕਾ ਲੇਖਾ ਨਿਬੜਿਆ, ਉਹ ਲੇਖੇ ਤੋਂ ਮੁਕਤ ਹੋ ਗਏ ਜਿਹੜੇ ਪਰਮੇਸ਼ਰ ਦੇ ਭਜਨ 'ਚ ਤਤਪਰ ਹੋਏ। ਧਰਮ ਰਾਏ ਕੋ ਕਾਗਦ ਫਾਰੀ, ਧਰਮ ਰਾਜਾ ਉਹਨਾਂ ਦੇ ਲੇਖੇ ਦੇ ਕਾਗਜ਼ ਪਾੜ ਦਿੰਦਾ, ਕਹਿੰਦਾ ਇਹਨਾਂ ਦਾ ਹਿਸਾਬ ਕਿਤਾਬ ਨਿਬੜ ਗਿਆ। ਆਪਾਂ ਪਰਨੋਟ ਲਿਖ ਲੈਨੇ ਨਾ, ਕਿਸੇ ਨਾਲ ਹਿਸਾਬ ਕਿਤਾਬ ਹੋਵੇ ਲਿਖਤ ਕਰ ਲਈਦੀ ਆ ਵੀ ਭੁੱਲੇ ਨਾ। ਜਦੋਂ ਹਿਸਾਬ ਕਿਤਾਬ ਨਿਬੜ ਜਾਏ, ਮੂਲ ਵਿਆਜ ਆਦਿਕ ਸਭ ਚਲਾ ਜਾਏ, ਤੇ ਫਿਰ ਉਹ ਕਾਗਜ਼ ਪਾੜ ਦਿੱਤਾ ਜਾਂਦਾ ਵੀ ਹੁਣ ਇਹਨੂੰ ਪਾੜ ਦਿਓ ਵੀ ਹੁਣ ਹਿਸਾਬ ਕਿਤਾਬ ਬਰਾਬਰ ਹੈ। ਕਹਿੰਦੇ ਧਰਮ ਰਾਜਾ ਭਜਨ ਕਰਨ ਵਾਲਿਆਂ ਦੇ ਲੇਖੇ ਦੇ ਕਾਗਜ਼ ਪਾੜ ਦਿੰਦਾ, ਕਹਿੰਦਾ ਇਹਨਾਂ ਦਾ ਲੇਖਾ ਨਿਬੜ ਗਿਆ, ਇਹ ਸੁਰਖਰੂ ਹੋ ਗਏ ਨੇ। ਇਹ ਗੁਰੂ ਨਾਨਕ ਕੇ ਸਿੱਖ ਨੇ, ਭਜਨ ਕਰਨ ਵਾਲੇ, ਨਾਮ ਜਪਣ ਵਾਲੇ, ਇਹ ਲੇਖੇ ਤੋਂ ਮੁਕਤ ਹੋ ਗਏ ਹੈ। ਇਹ ਹੁਣ ਲੇਖੇ ਵਿੱਚ ਨਹੀਂ ਹਨ। ਜਾਵਤ ਪੰਥ ਨ ਕੋ ਅਟਕਾਰੇ, ਫਿਰ ਜਿਹੜੇ ਰਾਹ ਤੇ ਉਹ ਜਾਂਦੇ ਆ ਨਾ ਪਰਮੇਸ਼ਰ ਦੇ ਘਰ ਨੂੰ, ਫਿਰ ਉਹਨਾਂ ਨੂੰ ਕੋਈ ਅਟਕਣ ਨਹੀਂ ਪਾਉਂਦਾ ਵੀ ਕੋਈ ਦੂਤ ਆ ਕੇ ਆਖੇ ਰੋਕ ਕੇ ਵੀ ਉਹ ਦੱਸ ਕਿੱਧਰ ਮੂੰਹ ਚੁੱਕਿਆ, ਕੋਈ ਨਹੀਂ ਆ ਕੇ ਰੋਕਦਾ। ਰੇ ਰੇ ਦਰਗਾਹ ਕਹਿ ਨਾ ਕੋਈ, ਉਹਨਾਂ ਨੂੰ ਕੋਈ ਆਵਾਜ਼ ਮਾਰ ਕੇ ਨਹੀਂ ਰੋਕਦਾ। ਉਹ ਕਹਿੰਦੇ ਬਈ ਇਹਨਾਂ ਦੇ ਮੱਥੇ ਤੇ ਜਪਜੀ ਸਾਹਿਬ ਦਾ ਨਿਸ਼ਾਨ ਲੱਗਾ ਹੋਇਆ। ਜਪਜੀ ਸਾਹਿਬ ਦਾ ਪਾਠ ਹੈ ਨਾ ਜਿਹੜਾ ਬਾਣੀ, ਇਸ ਬਾਣੀ ਦਾ ਇੱਕ ਨਾਮ ਹੈ ਜਪ ਨਿਸ਼ਾਨ। ਆਪਾਂ ਜਪਜੀ ਸਾਹਿਬ ਕਹਿ ਦਿੰਦੇ ਆ, ਤਤਕਰੇ ਵਿੱਚ ਜਪ ਨਿਸ਼ਾਨ ਵੀ ਲਿਖਿਆ ਹੁੰਦਾ। ਜਪ ਨਿਸ਼ਾਨ, ਨਿਸ਼ਾਨ ਦਾ ਕੀ ਮਤਲਬ ਹੁੰਦਾ? ਲੇਖ, ਰਾਹਦਾਰੀ। ਕਿਸੇ ਦੂਸਰੇ ਦੇਸ਼ ਵਿੱਚ ਜਾਣ ਵਾਸਤੇ ਰਾਹਦਾਰੀ ਮੰਗਾਉਂਦੇ ਆ ਨਾ, ਪਾਸ, ਵੀ ਉੱਥੇ ਜਾ ਚੱਲੀ ਜਾਈ, ਕੋਈ ਰੋਕ ਟੋਕ ਨਾ ਹੋਵੇ। ਇਹ ਜਪਜੀ ਸਾਹਿਬ ਰਾਹਦਾਰੀ ਆ ਨਿਰੰਕਾਰ ਦੇ ਘਰ ਦੀ, ਜਿਨ੍ਹਾਂ ਦੇ ਮੱਥੇ ਤੇ ਜਪਜੀ ਸਾਹਿਬ ਲਿਖਿਆ ਗਿਆ ਬਾਣੀ ਪੜ ਪੜ ਕੇ। ਉਹਨਾਂ ਨੂੰ ਫਿਰ ਧਰਮ ਰਾਜਾ ਤੇ ਉਹਦੇ ਦੂਤ ਰੋਕਦੇ ਨਹੀਂ, ਕਹਿੰਦੇ ਬਈ ਇਹ ਗੁਰੂ ਨਾਨਕ ਦੇ ਸੇਵਕ ਨੇ, ਇਹਨਾਂ ਕੋਲ ਜਪਜੀ ਸਾਹਿਬ ਦੀ ਰਾਹਦਾਰੀ ਆ, ਖਬਰਦਾਰ ਕੋਈ ਨੇੜੇ ਨਾ ਜਾਇਓ। ਸਤਿ ਸ੍ਰੀ ਅਕਾਲ। ਇਸੇ ਕਰਕੇ ਗੁਰੂ ਕੇ ਸਿੱਖ ਆਪਣੇ ਜੀਵਨ ਦੀ ਆਰੰਭਤਾ ਜਨਮ ਸਮੇਂ ਜਪਜੀ ਸਾਹਿਬ ਪੜ੍ਹਿਆ ਜਾਂਦਾ। ਜਪਜੀ ਸਾਹਿਬ ਪੜ੍ਹ ਕੇ ਇਹਨੂੰ ਜਲ ਛਕਾਇਆ ਜਾਂਦਾ। ਜਦੋਂ ਮਰਦਾ ਤੇ ਅੰਗੀਠੇ ਤੇ ਚਿਣਨ ਵੇਲੇ ਵੀ ਜਪਜੀ ਸਾਹਿਬ ਪੜ੍ਹ ਕੇ ਸੰਸਕਾਰ ਕੀਤਾ ਜਾਂਦਾ। ਇਹਦਾ ਜੀਵਨ ਦਾ ਆਰੰਭ ਵੀ ਜਪਜੀ ਸਾਹਿਬ ਦੀ ਬਾਣੀ ਹੈ, ਔਰ ਇਹਦੇ ਜੀਵਨ ਦੀ ਸਮਾਪਤੀ ਵਿੱਚ ਸ੍ਰੀ ਜਪਜੀ ਸਾਹਿਬ ਦੀ ਬਾਣੀ ਤੇ ਹੀ ਹੋਵੇ। ਇਸੇ ਕਰਕੇ ਬੜੇ ਬੜੇ ਗੁਰਸਿੱਖ ਨੇ, ਨਮਸਕਾਰ ਹੈ ਉਹਨਾਂ ਗੁਰਸਿੱਖਾਂ ਦੇ ਚਰਨਾਂ ਤੇ, ਜਿਹੜੇ ਰੋਜ਼ਾਨਾ ਕੋਈ 11 ਪਾਠ ਕਰਦਾ ਹੈ ਜਪਜੀ ਸਾਹਿਬ ਦੇ। ਕੋਈ ਗਿਣਤੀ ਮਿਣਤੀ ਦੀ ਗੱਲ ਨਹੀਂ ਹੈ, ਚਲੋ ਇੱਕ ਪਾਬੰਦੀ ਬਣ ਜਾਂਦੀ ਵੀ ਇੰਨੇ ਪਾਠ ਕਰਨੇ ਹੀ ਕਰਦੇ ਆ। ਕੋਈ 21 ਪਾਠ ਕਰ ਲੈਂਦਾ, ਕੋਈ 51 ਪਾਠ ਕਰਨ ਵਾਲੀਆਂ ਵੀ ਗੁਰਮੁਖ ਰੂਹਾਂ ਹੈਣ, ਤਦੇ ਧਰਤੀ ਟਿਕੀ ਆ, ਨਹੀਂ ਤਾਂ ਕਦੋਂ ਦੀ ਧਰਤੀ ਗਰਕ ਹੋ ਜਾਂਦੀ ਗੁਰਮੁਖ ਹੋਵੇ। ਇਹ ਬਾਣੀ ਪੜ੍ਹਨ ਵਾਲੇ ਗੁਰਮੁਖ ਹੈਣ ਇਸ ਸੰਸਾਰ ਵਿੱਚ, ਤਦੇ ਧਰਤੀ ਟਿਕੀ ਹੋਈ ਹੈ। ਅਸੀਂ ਨਹੀਂ ਪੜ੍ਹਦੇ, ਸਾਨੂੰ ਤਾਂ ਪੜ੍ਹਨ ਵਾਲੇ ਨਜ਼ਰ ਨਹੀਂ ਆਉਂਦੇ। ਜਦੋਂ ਅਸੀਂ ਪੜ੍ਹਨ ਲੱਗ ਪਵਾਂਗੇ ਫਿਰ ਬਾਣੀ ਪੜ੍ਹਨ ਵਾਲੇ ਸਾਨੂੰ ਵੀ ਦਿਸਣ ਲੱਗ ਪੈਣਗੇ, ਕਿਉਂਕਿ ਜਿਹੋ ਜੀ ਦ੍ਰਿਸ਼ਟੀ ਹੋਵੇਗੀ ਉਦਾਂ ਦੀ ਸ੍ਰਿਸ਼ਟੀ ਨਜ਼ਰ ਆਉਣੀ ਹੈ। ਹਾਲੇ ਨਕਾਰਾਤਮਕ ਬਿਰਤੀ ਹੈ ਸਾਡੇ ਹਿਰਦੇ 'ਚ, ਤਾਂ ਉਦਾਂ ਦਾ ਹੀ ਵਰਤਾਰਾ ਜਿਹੜਾ ਸੰਸਾਰ ਵਿੱਚ ਸਾਨੂੰ ਉਦਾਂ ਦਾ ਹੀ ਨਜ਼ਰ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਿਆਂ, ਜਿਹੜੇ ਇਸ ਭਜਨ ਦੇ ਰੰਗ 'ਚ ਰੰਗੇ ਜਾਂਦੇ ਨੇ, ਉਹਨਾਂ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਜਾਂਦਿਆਂ ਕੋਈ ਅਟਕਣ ਨਹੀਂ ਹੁੰਦੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ। ਜਿਹੜੇ ਪਰਮੇਸ਼ਰ ਦਾ ਭਜਨ ਹਿਰਦੇ 'ਚ ਮੰਨਦੇ ਐ, ਜਪਦੇ ਐ, ਉਹਨਾਂ ਦੇ ਰਸਤੇ 'ਚ ਕਦੇ ਕੋਈ ਠਾਕ ਦਾ ਮਤਲਬ ਹੁੰਦਾ ਰੋਕ ਨਹੀਂ ਲੱਗਦੀ। ਹਾਂਜੀ, ਇਸੀ ਪ੍ਰਕਾਰ ਸਾਰ ਸੁਨ ਕਰਕੇ, ਇਹ ਸਾਰ ਬਚਨ ਸਤਿਗੁਰੂ ਜੀ ਦੇ ਸੁਣ ਕੇ, ਰਿਓ ਸ਼ਾਹ ਪਗ ਪਰ ਸਿਰ ਧਰ ਕੇ। ਉਹ ਜਿਹੜਾ ਸ਼ਾਹੂਕਾਰ ਸੀ ਨਾ ਬੜਾ ਦੁਖੀ, ਜਿਹਦੇ ਕੋਲ ਸਤਿਗੁਰੂ ਜੀ ਨੇ ਬਚਨ ਉਚਾਰੇ ਸਨ,
ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ, ਨਮਸਕਾਰ ਕੀਤੀ ਸਤਿਗੁਰਾਂ ਨੂੰ। ਤੁਮਰੇ ਬਚ ਸਾਬੁਨ ਸਮਸਰਈ। ਆਹਾ, ਉਹ ਦੁਖੀ ਸ਼ਾਹ ਸੀ ਜਿਹੜਾ, ਜਿਹਨੂੰ ਮਰਦਾਨਾ ਵੇਖ ਕੇ ਕਹਿੰਦਾ ਮਹਾਰਾਜ ਇਹਦੇ ਵਰਗਾ ਸੁਖੀ ਨਹੀਂ ਕੋਈ ਦਿਸਦਾ। ਮਹਾਰਾਜ ਕਹਿੰਦੇ ਜਾ ਕੇ ਪੁੱਛ ਸੁਖੀ ਹੈ? ਕਹਿੰਦਾ ਮੇਰੇ ਵਰਗਾ ਤਾਂ ਦੁਖੀ ਨਹੀਂ ਹੋਣਾ ਸੰਸਾਰ 'ਚ ਕੋਈ। ਮਰਦਾਨਾ ਜੀ ਕਹਿ ਭਾਈ ਸਾਹਿਬ ਕਹਿਣ ਲੱਗੇ ਚੱਲ ਫਿਰ ਸ਼ਾਹ, ਖਬਰੇ ਇਸੇ ਕਰਕੇ ਸਤਿਗੁਰੂ ਆਏ ਨੇ ਤੇਰਾ ਦੁੱਖ ਦੂਰ ਕਰਨ। ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਉਹਦੀ ਵਿਆਖਿਆ ਆਪ ਜੀ ਪਿਛਲੇ 2-3 ਦਿਨਾਂ ਤੋਂ ਸਰਵਣ ਕਰ ਰਹੇ ਹੋ। ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਬਚਨ ਸਾਬਣ ਦੇ ਸਮਾਨ ਕੰਮ ਕਰਦੇ ਨੇ ਮੇਰੇ ਹਿਰਦੇ ਦੀ ਮੈਲ ਨੂੰ ਧੋਣ ਵਾਸਤੇ। ਮਨ ਮਲੀਨ ਪਟ ਉਜਲ ਕਰਈ। ਮੇਰੇ ਮੈਲੇ ਮਨ ਨੂੰ ਆਪ ਜੀ ਦੇ ਪਾਵਨ ਬਚਨਾਂ ਦੀ ਸਾਬਣ ਨੇ ਉਜਲਾ ਕਰ ਦਿੱਤਾ ਹੈ। ਚਲੋ ਅਬੇ ਮਮ ਸਦਨ ਬਚਿਤਰਾ। ਮਹਾਰਾਜ ਤੁਹਾਡਾ ਬਖਸ਼ਿਆ ਮਹਿਲ ਹੈ, ਮੇਰੇ ਕੋਲ ਘਰ ਹੈ। ਆਪ ਜੀ ਚਲੋ, ਕਿਉਂਕਿ ਸਤਿਗੁਰੂ ਬਾਹਰ ਬੈਠੇ ਸਨ ਬਾਜ਼ਾਰ 'ਚ। ਕਹਿੰਦਾ ਮੇਰੇ ਨਾਲ ਘਰ ਚੱਲੋ ਗਰੀਬ ਨਵਾਜ਼ ਜੀ। ਪਾਏ ਪਾਏ ਕੇ ਕਰੋ ਪਵਿੱਤਰਾ। ਮੇਰਾ ਘਰ ਆਪਣੇ ਚਰਨ ਪਾ ਕੇ ਪਵਿੱਤਰ ਕਰੋ। 7 ਘਰਾ ਪਿੰਡ ਹੈ ਖਾਲਸਾ ਜੀ ਜਿੱਥੇ ਮਹਾਰਾਜ ਜੀ ਨੇ ਦੁਖੀ ਸ਼ਾਹ ਦਾ ਨਿਸਤਾਰਾ ਕੀਤਾ। ਉੱਥੇ ਗੁਰੂ ਘਰ ਦੱਸਿਆ ਜਾਂਦਾ ਸੀ। ਪੁਰਾਣੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਟਿੱਪਣੀ ਦਿੱਤੀ ਹੈ ਥੱਲੇ। ਸੋ 7 ਘਰੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਾਹੂਕਾਰ ਦੇ ਘਰ ਆਏ। ਬੜੇ ਭਾਗ ਜਾਗੇ ਤੁਮ ਆਏ। ਕਹਿਣ ਲੱਗਾ ਮਹਾਰਾਜ ਮੇਰੇ ਕੋਈ ਭਾਗ ਸਨ ਚੰਗੇ ਜਿਹੜੇ ਜਾਗੇ ਨੇ, ਉਹਨਾਂ ਚੰਗਿਆਂ ਭਾਗਾਂ ਕਰਕੇ ਤੁਹਾਡਾ ਆਵਣਾ ਹੋਇਆ। ਤੁਸੀਂ ਆਏ ਹੋ, ਮੇਰੇ ਕੋਈ ਚੰਗੇ ਭਾਗ ਹਨ। ਸਰਬ ਸਾਰ ਕੇ ਬਚਨ ਸੁਨਾਏ। ਆਪ ਜੀ ਨੇ ਜਿੰਨੇ ਬਚਨ ਸੁਣਾਏ ਨੇ ਸਾਰ ਨਿਚੋੜ ਸੀ, ਇਹ ਜ਼ਿੰਦਗੀ ਦਾ ਤੱਤ ਸੀ। ਮਹਾਰਾਜ ਆਪ ਜੀ ਨੇ ਉਹ ਬਚਨ ਸੁਣਾਏ ਹਨ। ਸੁਨ ਕਰ ਬਿਨੇ ਪ੍ਰਭੂ ਸੁਖਕਾਰੀ। ਇਹਦੀ ਬੇਨਤੀ ਸ਼ਾਹੂਕਾਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀ। ਗਮਨੇ ਤਾਂ ਕੇ ਸਦਨ ਮਝਾਰੀ। ਪਾਤਸ਼ਾਹ ਕਹਿੰਦੇ ਚੱਲ ਸ਼ਾਹੂਕਾਰ ਤੇਰੇ ਘਰ ਚੱਲੀਏ। ਪਾਤਸ਼ਾਹ ਉੱਠ ਕੇ ਇਹਦੇ ਘਰ ਨੂੰ ਟੁਰ ਪਏ। ਜਾਂ ਸਥਲ ਤੋਂ ਅਧਿਕ ਸੁਹਾਵਨ। ਹੁਣ ਸ਼ਾਹੂਕਾਰ ਸੀ, ਘਰ ਬੜਾ ਸੋਹਣਾ ਬਣਿਆ ਤੇ ਘਰ ਵਿੱਚ ਜਿਹੜੀ ਸਭ ਤੋਂ ਵਧੀਆ ਜਗ੍ਹਾ ਸੀ, ਬੈਠਣ ਵਾਲੀ ਸੁੰਦਰ ਜਗ੍ਹਾ, ਤੈਂ ਇੱਕ ਕੀਨ ਪ੍ਰਿਅੰਕ ਡਸਾਵਨ। ਉੱਥੇ ਇੱਕ ਨਵਾਂ ਤੇ ਸਾਫ਼ ਪਲੰਘਾ ਡਾਇਆ ਸਤਿਗੁਰਾਂ ਦੇ ਬੈਠਣ ਵਾਸਤੇ। ਨਵਾਂ ਵਿਛਾਉਣਾ, ਨਵਾਂ ਬਿਸਤਰਾ ਵਿਛਾਇਆ। ਬੈਠਾਰੇ ਕਰ ਭਾਉ ਵਿਸਾਲਾ। ਬੜੇ ਪ੍ਰੇਮ ਨਾਲ, ਬੜੀ ਭਾਵਨਾ ਨਾਲ ਸਤਿਗੁਰੂ ਜੀ ਨੂੰ ਉਸ ਪਲੰਘੇ ਤੇ ਬਿਠਾਇਆ। ਬੌਰ ਪਾਈ ਨਿਜ ਬਾਲਾ। ਇਹਨੇ ਨੂੰ ਭਾਈ ਮਰਦਾਨਾ ਤੇ ਬਾਲਾ ਜੀ ਵੀ ਨਾਲ ਆਏ। ਤੈਂ ਕੋ ਸ਼ਾਂਤ ਦੇਨ ਕੇ ਹੇਤਾ। ਉਹ ਜਿਹੜਾ ਸੇਠ ਸੀ, ਉਹਦੀ ਘਰ ਵਾਲੀ ਜੋ ਵਿਭਚਾਰਣੀ ਹੋ ਗਈ ਸੀ, ਉਹਨੂੰ ਸ਼ਾਂਤੀ ਦੇਣ ਵਾਸਤੇ ਉਹਦੇ ਹਿਰਦੇ 'ਚ ਵਿਕਾਰ ਮੁਕਾ ਕੇ ਉਹਨੂੰ ਆਤਮਿਕ ਆਨੰਦ ਦੇਣ ਲਈ ਗਰੀਬ ਨਵਾਜ਼ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਤਰਸ ਕਰਨ ਲੱਗੇ ਨੇ। ਬੋਲੇ ਸ਼੍ਰੀ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਕੇਤ ਸਤਿਗੁਰੂ ਜੀ ਬੋਲੇ। ਅਬਲ ਪਿੰਗ ਕੋਰੀ ਪਤ ਹੋਈ। ਮਹਾਰਾਜ ਜੀ ਜਦੋਂ ਆਈ ਨਾ, ਮੱਥਾ ਟੇਕਿਆ ਸਤਿਗੁਰਾਂ ਨੂੰ। ਸੇਠ ਦੁਖੀ ਕੋਲ ਬੈਠਾ ਸੀ। ਸੇਠ ਵੀ ਹੁਣ ਆਨੰਦ 'ਚ ਹੋ ਗਿਆ। ਹੁਣ ਉਸ ਇਸਤਰੀ ਨੂੰ ਵਿਭਚਾਰ ਤੋਂ ਹਟਾਣਾ। ਪਾਤਸ਼ਾਹ ਬੋਲੇ, ਕਹਿੰਦੇ ਪੁੱਤਰੀ ਬੇਟਾ, ਪਤੀ ਅਵਲ ਹੋਵੇ, ਨਿਰਬਲ ਪਿੰਗਲਾ ਹੋਵੇ, ਅਚਾਨਕ ਉਹਦੇ ਤਨ ਤੇ ਕੁਸ਼ਟ ਪੈ ਜੇ, ਕੋੜੀ ਹੋ ਜਾਏ, ਪਤੀ ਫਿਰ ਵੀ ਪਤੀ ਰਹਿੰਦਾ ਹੈ। ਇਸਤਰੀ ਦੀ ਪਰਖ ਹਮੇਸ਼ਾ ਪਤੀ ਦੀ ਤਕਲੀਫ ਵਿੱਚ ਹੁੰਦੀ ਹੈ, ਉਹਦੇ ਦੁੱਖ ਵਿੱਚ ਹੁੰਦੀ ਹੈ। ਹਾਂਜੀ, ਪ੍ਰਭੂ ਸਮਾਨ ਲਖੇਤੀ ਜੋਈ। ਪਰ ਇਸਤਰੀ ਦਾ ਕਰਤੱਵ ਕੀ ਹੈ? ਉਹਦਾ ਪਤੀ ਅਬਲ ਹੋਵੇ, ਨਿਰਬਲ ਹੋਵੇ, ਪਿੰਗਲਾ ਹੋ ਜਾਏ, ਕੋੜ ਹੋ ਜਾਏ, ਫਿਰ ਵੀ ਉਹਨੂੰ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਵੇਖੇ। ਹਾਂਜੀ, ਸਰਬ ਪਾਂਤ ਕੀ ਸੇਵਾ ਕਰਈ। ਔਰ ਉਹ ਸਰਬ ਪ੍ਰਕਾਰ ਨਾਲ ਆਪਣੇ ਪਤੀ ਦੀ ਸੇਵਾ ਕਰੇ। ਪਰ ਪੁਰਖ ਨਿਰਤ ਉਰਨੇ ਧਰਈ। ਪਰਾਏ ਪੁਰਖ ਦੇ ਨਾਲ ਰਤ ਕਰਨੀ ਤਾਂ ਪਾਸੇ ਰਹੀ, ਪਰਾਏ ਪੁਰਖ ਦਾ ਫੁਰਨਾ ਵੀ ਮਨ 'ਚ ਨਾ ਆਵਣ ਦੇਵੇ। ਹਾਂਜੀ, ਪਤ ਕੇ ਹੱਥ ਹੋਏ ਤਿਆਗੈ ਪ੍ਰਾਨਾ। ਔਰ ਮਹਾਰਾਜ ਜੀ ਕਹਿੰਦੇ ਸਤੀਆਂ ਹੁੰਦੀਆਂ ਨੇ ਇਸਤਰੀਆਂ, ਉਹ ਇਸਤਰੀਆਂ ਜਿਹੜੀਆਂ ਪਤੀ ਦੀ ਚਿਖਾ ਨਾਲ ਸੜ ਕੇ ਮਰਦੀਆਂ ਨੇ, ਉਹ ਸਤੀਆਂ ਨਹੀਂ ਹੁੰਦੀਆਂ ਬੇਟਾ। ਉਹ ਇਸਤਰੀਆਂ ਸਤੀਆਂ ਹੁੰਦੀਆਂ ਨੇ ਕਿ ਜਦੋਂ ਪਤੀ ਦੀ ਮੌਤ ਸੁਣਨ
ਤੇ ਸੁਣਦਿਆਂ ਸਾਰ ਹੌਕੇ ਨਾਲ ਆਪਣੇ ਪ੍ਰਾਣ ਤਿਆਗ ਦੇਣ, ਉਹ ਸਤੀ ਹੁੰਦੀਆਂ। ਜਿਹੜੀਆਂ ਵਿਚਾਰੀਆਂ ਜ਼ਬਰਦਸਤੀ ਫੜ ਕੇ ਸਤੀ ਕੀਤੀਆਂ ਜਾਣ, ਉਹ ਕਾਹਦੀਆਂ ਸਤੀਆਂ? ਉਹ ਸਤੀ ਜਿਹੜੀ ਵਿਛੋੜੇ ਨਾਲ ਨਾ ਸੁਣ ਕੇ ਪਤੀ ਦਾ ਹੌਕੇ ਨਾਲ ਆਪਣੇ ਪ੍ਰਾਣ ਤਿਆਗ ਦੇਵੇ ਬੇਟਾ, ਉਹ ਸਤੀਆਂ ਹੁੰਦੀਆਂ, ਐਸੀਆਂ ਸਤੀਆਂ। ਹਾਂਜੀ। ਰੰਚ ਸਮਾਨ ਤਨ ਪਹਿਚਾਨਾ, ਰੰਚਕ ਭਰ ਵੀ ਆਪਣੇ ਤਨ ਨਾਲ ਸਨੇਹ ਨਾ ਕਰੇ। ਜਾਏ ਸੁਰਗ ਸੁਖ ਪਾਏ ਵਡੇਰੇ, ਜਿਹੜੀ ਇਸਤਰੀ ਇਹ ਧਰਮ ਦੀ ਪਾਲਣਾ ਕਰਦੀ ਹੈ ਬੇਟਾ, ਉਹ ਬੈਕੁੰਠ ਦੇ ਵਿੱਚ ਨਿਰੰਕਾਰ ਦੇ ਚਰਨਾਂ 'ਚ ਥਾਂ ਪ੍ਰਾਪਤ ਕਰਦੀ ਹੈ। ਉਹਨੂੰ ਪਾਰ ਬ੍ਰਹਮਪਤੀ ਪਰਮੇਸ਼ਵਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਦੰਪਤ ਬਿਲਸੇ ਬਰਖ ਕਨੇਰੇ, ਇੱਥੇ ਜਿਤਨੇ ਸਾਲ ਰਵੇ ਆਪਣੀ ਇਸਤਰੀ ਤੇ ਪਤੀ ਦੋਨੇ ਪ੍ਰੇਮ ਭਾਵ ਨਾਲ ਵਿਚਰਣ। ਅਰ ਨਾਰੀ ਜੇ ਨਿਜ ਪਤ ਤਿਆਗੀ, ਔਰ ਪਤੀ ਉਹ ਪਰ ਇਸਤਰੀ ਦਾ ਤਿਆਗ ਰੱਖੇ, ਔਰ ਇਹ ਔਰਤ ਪਰ ਪੁਰਖ ਦਾ ਤਿਆਗ ਰੱਖੇ। ਪਰ ਪੁਰਖਨ ਪਿਖ ਕੈ ਅਨੁਰਾਗੀ, ਪਰਾਏ ਪੁਰਖ ਨੂੰ ਵੇਖ ਕੇ ਕਦੇ ਇਸਤਰੀ ਦੇ ਮਨ 'ਚ ਅਨੁਰਾਗ ਨਾ ਆਵੇ। ਹੋਏ ਕੈ ਨਿਡਰ ਤਜੀ ਜਗ ਬਰੀੜਾ, ਤੈਂ ਪੁੱਤਰੇ ਸਹੀ ਨਹੀਂ ਕੀਤਾ, ਤੂੰ ਨਿਡਰ ਹੋ ਕੇ ਲੋਕਾਂ ਦੀ ਲਾਜ ਛੱਡ ਦਿੱਤੀ, ਸਮਾਜ ਦਾ ਕੋਈ ਫਿਕਰ ਨਹੀਂ ਕੀਤਾ ਵੀ ਸਮਾਜ ਕੈਸਾ ਗੰਧਲਾ ਹੋਵੇਗਾ। ਸਾਧ ਏਤ ਕਰ ਹੀ ਮਿਲ ਕ੍ਰੀੜਾ, ਔਰ ਨਿਜ ਰਸ ਵਾਸਤੇ ਤੂੰ ਐਸੀ ਕ੍ਰੀੜਾ ਕਰਦੀ ਹੈ। ਜਮਦੂਤ ਗਏ ਜਬ ਆਈ, ਇਸ ਕਰਮ ਦਾ ਫਲ ਤੈਨੂੰ ਜਮਦੂਤ ਦੇਣਗੇ ਜਦੋਂ ਆ ਕੇ ਫੜਨਗੇ। ਜਾਏ ਕਸੀਟਤ ਦੇਹ ਸਜਾਈ, ਘਸੀਟਦੇ ਹੋਏ ਲੈ ਜਾਣਗੇ, ਭਿਆਨਕ ਸਜ਼ਾ ਦੇਣਗੇ। ਲੋਹ ਥੰਬ ਕੋ ਲਾਲ ਤਪਾਈ, ਲੋਹੇ ਦਾ ਥੰਮ ਲਾਲ ਕਰਕੇ ਖੇਚ ਤਾਈ ਕੇ ਸੰਗ ਖਿੱਚ ਲਗਾਈ, ਕੇ ਧੂ ਕੇ ਉਹਦੇ ਨਾਲ ਲਾਉਣਗੇ। ਇਤਿਆਦਿਕ ਦੁਖ ਦੇ ਕਨੇਰਾ, ਇਤਿਆਦਿਕ ਦੁੱਖ ਦੇ ਵਿੱਚ ਤੂੰ ਦੁਖ ਹੋਵੇਂਗੀ, ਜਮਪੁਰੀ ਵਿੱਚ ਬੱਧੀ ਹੋਈ। ਕੌਣ ਪੁਕਾਰ ਸੁਨੇ ਤਿਸ ਬੇਰਾ, ਕਿਹਨੇ ਤੇਰੀ ਪੁਕਾਰ ਸੁਣਨੀ ਆ ਉੱਥੇ? ਜਗ ਮੈਂ ਨਿੰਦਾ ਕਸ਼ਟ ਅਗਾਈ, ਇੱਥੇ ਲੋਕ ਤੈਨੂੰ ਲਾਹਨਤਾਂ ਪਾਉਂਦੇ ਆ, ਤੇਰੀ ਨਿੰਦਾ ਕਰਦੇ ਆ। ਅਸਗਤ ਹੋਏ ਵੀ ਵਿਚਾਰਨ ਅੱਗੇ ਨਾਰੀ, ਪਰਲੋਕ ਵਿੱਚ ਵੀ ਇਹੋ ਜਿਹਾ ਦੁੱਖ ਮਿਲੇਗਾ, ਵਿਚਾਰਣੀ ਔਰਤਾਂ ਦਾ ਇਹੀ ਹਾਲ ਹੋਵੇਗਾ। ਪਤੀ ਬ੍ਰਤਾ ਕੋ ਜਸ ਜਗ ਮਾਈ, ਜਿਹੜੀਆਂ ਪਤਵਰਤਾ ਇਸਤਰੀਆਂ ਹੁੰਦੀਆਂ ਉਹਨਾਂ ਦੀ ਸੋਭਾ ਹੁੰਦੀ ਹੈ ਸੰਸਾਰ 'ਚ, ਇਹ ਸੰਸਾਰ ਵਿੱਚ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ। ਆਗੇ ਅਨਕ ਬਿਦਨ ਸੁਖ ਪਾਈ, ਉਹਨਾਂ ਨੂੰ ਅੱਗੇ ਨਿਰੰਕਾਰ ਦੇ ਘਰ ਵਿੱਚ ਵੀ ਸੁਖ ਪ੍ਰਾਪਤ ਹੁੰਦਾ ਹੈ। ਦੀਰਘ ਦ੍ਰਿਸ਼ਟ ਦੇਖ ਕਰ ਐਸੇ, ਇਹ ਦੀਰਘ ਦ੍ਰਿਸ਼ਟੀ ਨਾਲ ਦੇ, ਲੰਮੀ ਨਜ਼ਰ ਨਿਹਾਲੀਆ ਕਰਕੇ ਵੇਖੋ। ਮੈਂ ਵਿਚਾਰ ਕਰੋ ਪੁਨ ਤੈਸੇ, ਅੱਜ ਤੋਂ ਬਾਅਦ ਇਹ ਵਿਚਾਰ ਦੀ ਬਿਰਤੀ ਦਾ ਤਿਆਗ ਕਰ ਦੇ। ਸ਼ਾਹਤੀਆ ਸੁਨ ਕਰ ਬਚ ਗੁਰ ਕੇ, ਮਹਾਰਾਜ ਜੀ ਦੇ ਬਚਨ ਉਹਦੇ ਬਲਦੇ ਸੜਦੇ ਹਿਰਦੇ ਨੂੰ ਠਾਰੀ ਜਾਂਦੇ ਨੇ। ਜਿਵੇਂ ਮੰਨ ਲਓ ਬਲਦੀ ਅੱਗ ਦੇ ਉੱਤੇ ਮੀਂਹ ਦਾ ਤਰੋਂਕਾ ਪੈਂਦਾ ਤੇ ਅੱਗ ਬੁਝਦੀ ਹੈ ਨਾ, ਇਹ ਉਸ ਔਰਤ ਦੀ ਸ਼ਾਹੂਕਾਰ ਦੀ ਜਿਹੜੀ ਘਰ ਵਾਲੀ ਸਠਾਣੀ ਸੀ, ਉਹਦਾ ਮਨ ਸ਼ਾਂਤ ਹੋ ਗਿਆ। ਪਰੀ ਪਾਏ ਪਰ ਜਮ ਡਰ ਕਰਕੇ, ਜੰਮਾਂ ਤੋਂ ਭੈ ਪ੍ਰੀਤ ਹੋ ਕੇ ਗੁਰਦੇਵ ਦੇ ਚਰਨਾਂ ਤੇ ਢਹਿ ਪਈ, ਬਖਸ਼ੋ ਗਰੀਬ ਨਵਾਜ, ਬਖਸ਼ ਲਓ ਮੇਰੇ ਪਿਛਲੇ ਗੁਨਾਹ, ਬਖਸ਼ ਲਓ। हे ਸੰਤੋ ਮੈਂ ਅਗ ਕੀਏ ਭਾਰੀ, ਮੈਂ ਬੜੇ ਬੜੇ ਪਾਪ ਕੀਤੇ ਹਨ, ਬਖਸ਼ੋ ਆਈ ਸ਼ਰਨ ਹੁਣ ਤੁਮਾਰੀ, ਬਖਸ਼ ਲਓ ਮਹਾਰਾਜ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਗੁਰ ਕੈ ਪਾਛ ਬਖਸ਼ੇ ਸੋ, ਬਾਦਸ਼ਾਹ ਕਹਿੰਦੇ ਬੇਟਾ ਤੇਰੇ ਪਿਛਲੇ ਗੁਨਾਹ ਬਖਸ਼ੇ ਗਏ, ਬੋਰੇ ਅਗਾਰੀ ਕਰੋ ਨ ਕੋ, ਅਗਾਂਹ ਤੋਂ ਕਦੇ ਐਸੇ ਮਾੜੇ ਕਰਮ 'ਚ ਪ੍ਰਵਿਰਤ ਨਾ ਹੋਵੀਂ। ਪਤ ਆਇਸ ਕੇ ਰੋ ਅਨੁਸਾਰੀ, ਆਪਣੇ ਪਤੀ ਦੀ ਆਗਿਆ ਵਿੱਚ ਰਹੀ, ਸਿਮਰੋ ਸਤ ਨਾਮ ਸੁਖਕਾਰੀ, ਔਰ ਸੁਖਕਾਰੀ ਪਰਮੇਸ਼ਰ ਦਾ ਭਜਨ ਕਰੀ। ਅਸ ਉਪਦੇਸ਼ ਦੀਨ ਤਿਨ ਤਾਈ, ਉਸ ਸ਼ਾਹੂਕਾਰ ਤੇ ਉਹਦੀ ਘਰਵਾਲੀ ਨੂੰ ਐਸਾ ਪਵਿੱਤਰ ਉਪਦੇਸ਼ ਦੇ ਕੇ ਕਰੀ ਬਤੀਤ ਰੈਨ ਜਗ ਸਾਈ, ਰਾਤ ਸਤਿਗੁਰੂ ਜੀ ਸੇਠ ਦੇ ਘਰ ਹੀ ਰਹੇ। ਸੰਪਤ ਕੇ ਉਰ ਦੇ ਕਰ ਸ਼ਾਂਤਾ, ਦੋਨਾਂ ਦੇ ਹਿਰਦਿਆਂ ਨੂੰ ਸ਼ਾਂਤੀ ਦਾ ਸੁਖ ਬਖਸ਼ ਕੇ ਗਮਨ ਕੀਨ ਮਾਰਗ ਸੁਖ ਦਾਤਾ, ਸੁਖ ਦਾਤੇ ਸਤਿਗੁਰੂ ਜੀ ਨੇ ਉੱਥੋਂ ਗਮਨ ਕੀਤਾ, ਅੱਗੇ ਚਾਲੇ ਮਾਰੇ ਨੇ। ਇੱਕ ਨਗਰ ਆਇਆ ਹੈ, ਉਸ ਨਗਰ ਦਾ ਨਾਮ ਹੈ ਦੀਪਾਲਪੁਰ। ਕੋੜੀ ਆ ਇੱਕ ਵਿਅਕਤੀ, ਸਰੀਰ 'ਚ ਪੂੰ ਵਗਦੀ ਹੈ, ਕੋਈ ਨਹੀਂ ਜਾਂਦਾ ਉਹਦੇ ਪਾਸ। ਘਰਦਿਆਂ ਨੇ ਕੱਢ ਦਿੱਤਾ ਬਾਹਰ, ਖੇਤਾਂ ਦੇ ਵਿੱਚ ਇੱਕ ਛੋਟੀ ਜਿਹੀ ਝੁੱਗੀ ਪਾ ਦਿੱਤੀ ਹੈ। ਤਰਸ ਕਰਕੇ ਕਦੇ ਕੋਈ ਦੂਰੋਂ ਦੋ ਪ੍ਰਸ਼ਾਦੇ ਰੱਖ ਜੇ ਤੇ ਰੱਖ ਜਾਏ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਹਦੀ ਝੁੱਗੀ ਵਿੱਚ ਆਏ ਹਨ। ਉਹ ਕਹਿੰਦਾ ਕੌਣ ਆ ਗਿਆ ਇੱਥੇ, ਤਾਂ ਮੁਸ਼ਕ ਦੇ ਮਾਰੇ ਪੰਛੀ ਵੀ ਮੇਰੇ ਨੇੜੇ ਨਹੀਂ ਆਉਂਦੇ। ਵਿਅਕਤੀ ਕੌਣ ਆ ਗਏ? ਪਾਤਸ਼ਾਹ ਨੇ ਉਸ ਦੀ ਦੁੱਖ ਦੀ ਹਾਲਤ ਵੇਖੀ, ਵੇਖ ਕੇ ਰਹਿਮਤ ਦੇ ਘਰ ਵਿੱਚ ਆਏ। ਅੰਮ੍ਰਿਤ ਵੇਲੇ ਦਾ ਸਮਾਂ ਸੀ,
ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਪਾਤਸ਼ਾਹ ਨੇ ਰਾਗ ਧਨਾਸਰੀ ਵਿੱਚ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਬਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ, ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ, ਕੀ ਸਦਾ ਬਬੇਤ ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ ਹੇ ਠਾਕੁਰ ਹੋਂ ਦਾਸਰੋ, ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ, ਹੋਈਐ ਪਰੋ ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ, ਬੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ।